ਸਤਨਾਮ ਵਾਹਿਗੁਰੂ ਸਾਹਿਬ ਜੀ। ਸਾਚਾ ਸਚ ਸੋਈ ਅਵਰ ਨਾ ਕੋਈ, ਜਿਨ ਸਿਰਜੀ ਤਿਨਹੀ ਫੁਨ ਗੋਈ। ਜਿਉ ਭਾਵੇ ਤਿਉ ਰਾਖੋ ਰਹਿਣਾ, ਤੁਮ ਸਿਉ ਕਿਆ ਮੁਕਰਾਈ ਹੈ। ਭਾਣੇ ਉਜੜ ਭਾਣੇ ਰਾਹ, ਭਾਣੇ ਹਰ ਗੁਣ ਗੁਰਮੁਖ ਗਾਵਾ। ਖਗ ਖੰਡ ਬਿਹੰਡੰ ਖਲ ਜਲ ਖੰਡੰ, ਅਤਰਣ ਮੰਡੰ ਬਰਬੰਡੰ, ਭੁਜ ਦੰਡ ਅਖੰਡੰ ਤੇਜ ਪ੍ਰਚੰਡੰ, ਜੋਤ ਮੰਡੰ ਪਾਨ ਪ੍ਰਭੰ। ਸੁਖ ਸੰਤਾ ਕਰਣੰ ਦੁਰਮਤ ਦਰਣੰ, ਕਿਲ ਵਿਖ ਹਰਣੰ ਅਸ ਸਰਣੰ, ਜੈ ਜੈ ਜਗ ਕਾਰਣ ਸ੍ਰਿਸ਼ਟ ਉਭਾਰਣ, ਮਮ ਪ੍ਰਤਿਪਾਰਣ ਜੈ ਤੇਗੰ। ਮਮ ਪ੍ਰਤਿਪਾਰਣ ਜੈ ਤੇਗੰ। ਦੀਨ ਦਇਆਲ ਪਰੋਸੇ ਤੇਰੇ ਤੇਰੇ, ਸਭ ਪਰਵਾਰ ਚੜਾਇਆ ਬੇੜੇ। ਬੇਸੁਮਾਰ ਅਥਾਹ ਗਨਤ ਤੋਲੇ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ, ਕਿਰਪਾ ਨਿਧ ਦਇਆ ਨਿਧ ਕਰੁਣਾ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ। ਤਿਨਾਂ ਦੀ ਅਪਾਰ ਮਿਹਰਮਤ ਹੈ, ਅਥਾਹ ਬਖਸ਼ਿਸ਼ ਹੈ, ਜੋ ਆਪ ਸਭ ਗੁਰਸਿੱਖ ਸਤਸੰਗੀ ਜਨ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਸਤਸੰਗਤ ਰੂਪ ਵਿੱਚ ਜੁੜ ਬੈਠ ਕੇ ਸਤਿਗੁਰੂ ਕੀ ਰਹਿਮਤ ਨੂੰ ਮਾਣਦਿਆਂ ਹੋਇਆਂ ਆਪਣੇ ਮਨੁੱਖਾ ਜੀਵਨ ਨੂੰ ਸਫਲ ਕਰਨ ਦਾ, ਸਕਾਰਥ ਕਰਨ ਦਾ ਸ਼ੁਭ ਯਤਨ ਕਰ ਰਹੇ ਹੋ ਜੀ। ਸਾਹਿਬੇ ਕਮਾਲ ਬਾਦਸ਼ਾਹ ਦਰਵੇਸ਼ ਜੁਮਲਾ ਫੈਜ਼ੇ ਨੂਰ, ਸੂਰਬੀਰ ਵਰਿਆਮ ਮਰਦ ਅਗੰਮੜੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜੋ ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਬਨ ਕੋ ਮੂਲ ਉਪਾਰਨ ਦੇ ਮਹਾਂ ਦੇ ਲਈ ਮਹਾ ਸੰਗਰਾਮ, ਮਹਾ ਯੁੱਧ ਦੀ ਗਾਥਾ, ਧਰਮ ਯੁੱਧ ਦਾ ਜੋ ਗੁਰੂ ਸਾਹਿਬ ਜੀ ਨੇ ਮਹਾ ਸੰਗਰਾਮ ਛੇੜਿਆ ਤੇ ਭਾਰਤ ਵਰਸ਼ ਦੀ ਧਰਤੀ ਤੋਂ ਜ਼ੁਲਮ ਦਾ, ਅੰਧਕਾਰ ਦਾ ਨਾਸ਼ ਕੀਤਾ ਤੇ ਨਾਸ਼ ਕਰਨ ਦੇ ਲਈ ਸਦੀਵੀ ਤੌਰ ਤੇ ਖਾਲਸੇ ਨੂੰ ਆਪਣੇ ਪ੍ਰਗਟ ਰੂਪ ਦੇ ਵਿੱਚ ਸਥਾਪਨ ਕਰ ਦਿੱਤਾ।
ਉਸ ਮਹਾਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜੀਵਨ ਦੀ ਲੜੀਵਾਰ ਗਾਥਾ ਜੋ ਆਨੰਦਪੁਰ ਸਾਹਿਬ ਤੋਂ ਉਦੈ ਹੁੰਦੀ ਹੈ, ਉਸ ਗਾਥਾ ਦੇ ਲੜੀਵਾਰ ਰੂਪ ਦੇ ਵਿੱਚ ਆਪ ਜੀ ਪੜਾ ਦਰ ਪੜਾ ਇਤਿਹਾਸ ਦਾ ਲਾਸਾਨੀ ਜ਼ਿਕਰ ਰੋਜ਼ਾਨਾ ਸ਼ਰਵਣ ਕਰ ਰਹੇ ਹੋ ਜੀ। ਬੜੇ ਹੀ ਸੁਭਾਗਸ਼ਾਲੀ ਹੋ। ਲੜੀਵਾਰ ਧਰਮ ਯੁੱਧ ਦੀ ਮਹਾਗਾਥਾ ਦੇ ਅੰਤਰਗਤ ਜਿੱਥੋਂ ਤੱਕ ਆਪ ਜੀ ਨੇ ਜ਼ਿਕਰ ਸ਼ਰਵਣ ਕੀਤਾ ਸੀ ਕਿ ਜਦ 10 ਲੱਖ ਪਹਾੜੀਆਂ ਮੁਗਲਾਂ ਤੇ ਤੁਰਕਾਂ ਦਾ, ਗੁੱਜਰਾਂ ਰੰਗੜਾਂ ਦਾ ਪਿਆ ਹੋਇਆ ਲੰਬਾ ਘੇਰਾ, ਜੰਗੀ ਘੇਰਾ, ਇਹ ਕੋਈ ਆਮ ਘੇਰਾ ਵੀ ਨਹੀਂ ਸੀ। ਜੰਗੀ ਘੇਰੇ ਦਾ ਮਤਲਬ ਕਿ ਜਿੰਨੇ ਵੀ ਆਲੇ ਦੁਆਲੇ ਚੌਤਰਫਾ ਆਨੰਦਪੁਰ ਸਾਹਿਬ ਨੂੰ ਘੇਰ ਕੇ ਬੈਠੇ ਹਨ, ਹਰੇਕ ਘੇਰਨ ਵਾਲੇ ਦੇ ਕੋਲ ਕੋਈ ਸ਼ਸਤਰ ਹੈ, ਕੋਈ ਹਥਿਆਰ ਹੈ, ਔਰ ਸਾਰੇ ਬੈਠੇ ਵੀ ਇਸ ਨੀਅਤ ਦੇ ਨਾਲ ਹਨ ਕਿ ਜਦੋਂ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਦਲ ਦਾ ਕੋਈ ਕਾਫਲਾ, ਕੋਈ ਸਿੰਘ, ਕੋਈ ਪਰਿਵਾਰ ਦਾ ਜੀ ਘੇਰੇ 'ਚੋਂ ਲੰਘਣ ਦਾ ਯਤਨ ਕਰੇ ਤੇ ਉਹਨੂੰ ਖੂਨੀ ਝੜਪਾਂ ਦੇ ਵਿੱਚ ਮਾਰ ਦੇਣਾ ਹੈ। ਇੰਨੇ ਲੰਬੇ ਘੇਰੇ ਦੇ ਵਿੱਚ ਗੁਰੂ ਸਾਹਿਬ ਜੀ ਦੇ ਖਾਲਸੇ ਦੇ ਜਿੰਨੀ ਅਕੱਥ ਸ਼ਕਤੀ ਸੀ, ਜਿੰਨੀ ਅਗੰਮੀ ਸ਼ਕਤੀ ਸੀ, ਸਾਰੀ ਮਹਾਰਾਜ ਜੀ ਨੇ ਪ੍ਰਗਟ ਕਰਕੇ ਵਿਖਾ ਦਿੱਤੀ। ਸਿੱਖਾਂ ਦੇ ਸਿਦਕ ਇੰਨੇ ਸਿਰੜ ਤੱਕ ਪਹੁੰਚ ਗਏ ਕਿ ਰੁੱਖਾਂ ਦੀਆਂ ਛਿੱਲਾਂ ਨੂੰ ਉਬਾਲ ਕੇ ਪੀਣਾ ਵੀ ਉਹਨਾਂ ਦੇ ਲਈ ਸਹਿਜ ਜੀਵਨ ਵਾਲਾ ਹੋ ਗਿਆ। ਇੰਨੀ ਵੱਡੀ ਖਾਲਸੇ ਨੇ ਘਾਲਣਾ ਘਾਲੀ। ਇੱਕ ਪਾਸੇ ਖਾਲਸਾ ਅਕਾਲ ਪੁਰਖ ਦੇ ਭਾਣੇ ਵਿੱਚ ਰਹਿ ਕੇ ਬੰਦਗੀ ਦੇ ਤੇਜ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਸਾਜੇ ਹੋਏ ਖਾਲਸੇ ਦੀ ਅਗੰਮੀ ਰੂਹਾਨੀ ਤਾਕਤ ਦੇ ਨਾਲ ਲਗਾਤਾਰ ਜ਼ੁਲਮ ਦੇ ਸਾਹਮਣੇ ਲੜ ਰਿਹਾ ਸੀ। ਦੂਜੇ ਪਾਸੇ ਕੂੜਿਆਰੀ ਸੱਤਾ ਦੇ ਬਣੇ ਹੋਏ ਕਰਿੰਦੇ, ਅਧਰਮ ਦੇ ਬਣੇ ਹੋਏ ਜਿਹੜੇ ਅਲੰਬਰਦਾਰ ਸਨ, ਜ਼ੁਲਮ ਦੇ, ਅਤਿਆਚਾਰ ਦੇ, ਅਨਿਆਂ ਦੇ ਜਿਹੜੇ ਮੁਜੱਸਮ ਬਣ ਚੁੱਕੇ ਸਨ, ਪਹਾੜੀਏ, ਤੁਰਕ, ਮੁਗਲ, ਇਹ ਇਕੱਠੇ ਹੋ ਕੇ ਬੈਠੇ ਹਨ ਕਿ ਦੇਖਦੇ ਹਨ ਕਿ ਕਦੋਂ ਸੱਚ ਸ਼ਿਕਸਤ ਖਾਂਦਾ ਹੈ। ਇਹ ਉਡੀਕ ਰਹੇ ਨੇ 20 ਮਈ ਤੋਂ ਬੈਠੇ ਹੋਏ ਕਿ ਕਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਉਹਦਾ ਦਲ, ਉਹਦੇ ਸਿੰਘ ਸਿਦਕ ਹਾਰਦੇ ਨੇ ਤੇ ਸਾਡੇ ਸਾਹਮਣੇ ਜਾਂ ਤਾਂ ਆਪਣੀ ਜਾਨ ਦੀ ਖੈਰ ਮੰਗਦੇ ਨੇ, ਜਾਂ ਇਹ ਸਾਡੇ ਤੋਂ ਡਰਦੇ ਹੋਏ ਆਨੰਦਪੁਰ ਸਾਹਿਬ ਨਗਰ ਛੱਡ ਜਾਂਦੇ ਨੇ, ਜਾਂ ਇੱਕ ਵੱਡਾ ਫੈਸਲਾ ਕੁਨ ਜੁੰਦ ਲੜ ਕੇ, ਭਾਵੇਂ ਕਿ ਦਲ ਤੇ ਇਹਨਾਂ ਦਾ ਬੜਾ ਮਾਰਿਆ ਜਾ ਚੁੱਕਾ ਸੀ, ਝੂਠ ਇਸ ਗੱਲ ਦੀ ਉਡੀਕ ਕਰ ਰਿਹਾ। ਬੱਦਲਾਂ ਦਾ ਭਾਵੇਂ ਜਿੰਨਾ ਮਰਜ਼ੀ ਜ਼ੋਰ ਹੋਵੇ ਨਾ, ਬੱਦਲ ਜਿੰਨਾ ਮਰਜ਼ੀ ਘੁਲ ਮਲ ਲੈਣ, ਪਰ ਸੂਰਜ ਦਾ ਤੇਜ ਜਿਹੜਾ ਹੈ ਉਹ ਬੱਦਲਾਂ ਦੀ ਘਲਮਲ ਦੇ ਵਿੱਚ ਦੱਬ ਕੇ ਨਹੀਂ ਰਹਿੰਦਾ। ਧੁੰਦ ਭਾਵੇਂ ਕਿੰਨੀ ਅਸਮਾਨੀ ਚੜ ਜਾਵੇ ਨਾ, ਸੂਰਜ ਨੂੰ ਕੁਝ ਘੰਟਿਆਂ ਤੱਕ ਤਾਂ ਦੱਬ ਸਕਦੀ ਹੈ, ਪਰ ਸੂਰਜ ਜਦੋਂ ਆਪਣੇ ਪ੍ਰਚੰਡ ਪ੍ਰਕਾਸ਼ ਵਿੱਚ ਆ ਜਾਵੇ ਨਾ, ਫਿਰ ਧੁੰਦ ਦੇ ਬਣੇ ਹੋਏ ਵੱਡੇ ਵੱਡੇ ਜਿਹੜੇ ਰੂਪ ਸੰਘਣਾ ਪਾਣਾ ਉਹਨੂੰ ਵੀ ਮਿਟਾ ਕੇ ਰੱਖ ਦਿੰਦਾ। ਇਸ ਝੂਠ ਨੇ, ਕੂੜਿਆਰੀ ਸੱਤਾ ਨੇ, ਅਨਿਆਂ ਨੇ, ਜ਼ੁਲਮ ਨੇ, ਅਤਿਆਚਾਰ ਦੇ ਬਣੇ ਹੋਏ ਇਹਨਾਂ 22 ਧਰ ਦੇ ਪਹਾੜੀ ਰਾਜਿਆਂ ਨੇ ਤੇ ਤੁਰਕ ਮੁਗਲਾਂ ਨੇ ਸਮਝਿਆ ਕਿ ਸੱਚ ਸ਼ਾਇਦ ਸ਼ਿਕਸਤ ਖਾ ਜਾਏਗਾ, ਹਾਰ ਖਾ ਜਾਏਗਾ, ਸੱਚ ਈਨ ਮੰਨ ਜਾਏਗਾ, ਸੱਚ ਸਾਡੇ ਸਾਹਮਣੇ, ਕੂੜ ਦੇ ਸਾਹਮਣੇ ਗੋਡੇ ਟੇਕ ਦੇਗਾ। ਪਰ ਇੰਨੇ ਲੰਬੇ ਜੰਗੀ ਘੇਰੇ ਤੋਂ ਬਾਅਦ ਵੀ ਦਸ਼ਮ ਪਾਤਸ਼ਾਹ ਦਾ ਸਿਦਕ ਅਡੋਲ ਰਿਹਾ ਤੇ ਹੁਣ ਖਬਰਾਂ ਪਹੁੰਚਣੇ ਦਿੱਲੀ ਸ਼ੁਰੂ ਹੋਈਆਂ। ਜਿਹੜੇ ਸੂਬੇਦਾਰ ਭੇਜੇ ਸੀ ਔਰੰਗਜ਼ੇਬ ਨੇ, ਦਿਲਾਵਰ ਖਾਂ, ਜ਼ਬਰਦਸਤ ਖਾਂ, ਖਵਾਜਾ ਮਰਦੂਦ, ਵਜੀਦ ਖਾਂ ਵਰਗੇ, ਕਿ ਕੋਈ ਮੁਹਿੰਮ ਤੇ ਜਾਂਦਾ, ਕੋਈ ਮੁਹਿੰਮ 2 ਮਹੀਨੇ ਦੀ ਹੁੰਦੀ, 4 ਮਹੀਨੇ ਦੀ ਹੁੰਦੀ ਹੈ, 5 ਮਹੀਨੇ ਦੀ ਹੁੰਦੀ ਹੈ। ਇੱਕ ਆਨੰਦਪੁਰ ਸਾਹਿਬ ਨਗਰੀ ਫਤਿਹ ਕਰਨਾ, ਜਿਹਦੇ ਬਾਰੇ ਕਿਹਾ ਵੀ ਗਿਣਤੀ ਦੇ ਸਿੰਘ ਹਨ ਉਹਨਾਂ ਕੋਲੋਂ, ਤੇ 7 ਮਹੀਨੇ ਹੋ ਗਏ ਫਤਿਹ ਨਹੀਂ। ਉੱਧਰ ਔਰੰਗਜ਼ੇਬ ਕਾਹਲਾ ਪੈ ਗਿਆ ਕਿਉਂਕਿ ਸਾਰੀ ਸੈਨਾ ਤਾਂ ਇੱਧਰ ਲਾ ਕੇ ਬੈਠੇ ਸੀ, ਦੂਜੀਆਂ ਮੁਹਿੰਮਾਂ ਵਿੱਚ ਹਾਰ ਹੋ ਰਹੀ ਸੀ, ਦੇਸ਼ ਵਿੱਚ ਅਸ਼ਾਂਤੀ ਫੈਲ ਰਹੀ ਸੀ। ਉਸ ਸਮੇਂ ਦੇ ਵਿੱਚ ਫਿਰ ਔਰੰਗਜ਼ੇਬ ਜਦੋਂ ਪੱਤਰ ਲਿਖਦਾ ਹੈ, ਇੱਥੋਂ ਤੱਕ ਆਪ ਜੀ ਨੇ ਜ਼ਿਕਰ ਸੁਣਿਆ ਸੀ। ਤੇ ਹੁਣ ਇਸ ਤੋਂ ਬਾਅਦ ਜਦੋਂ ਔਰੰਗਜ਼ੇਬ ਕਿਹੜੀ ਰਣਨੀਤੀ ਅਪਣਾਉਂਦਾ, ਪਹਾੜੀਏ ਕਿਹੜੀ ਐਸੀ ਕੁਟਲ ਨੀਤੀ ਅਪਣਾਉਂਦੇ ਹਨ ਕਿ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚ ਦੇ ਸੂਰਜ ਨੂੰ ਸ਼ਿਕਸਤ ਦੇਣਾ ਚਾਹੁਣ ਪਰ ਦੇ ਨਾ ਸਕੇ। ਇੱਥੋਂ ਅੱਗੇ ਲੜੀਵਾਰ ਗਾਥਾ ਦਾ ਵਰਣਨ ਸ਼ਰਵਣ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ
ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦ ਅਸੀਂ ਹੁਣ ਇਹ ਜ਼ਿਕਰ ਸ਼ਰਵਣ ਕਰ ਰਹੇ ਹਾਂ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ 6 ਤੇ 7 ਪੋਹ ਦੀ ਦਰਮਿਆਨੀ ਰਾਤ ਨੂੰ, ਕਿਉਂਕਿ 12 ਵਜੇ ਤੋਂ ਬਾਅਦ ਦਿਨ ਬਦਲ ਜਾਂਦਾ ਹੈ, ਤੇ 12 ਵਜੇ 7 ਪੋਹ ਦਾ ਦਿਨ ਚੜ੍ਹ ਗਿਆ। 6 ਪੋਹ ਦੀ ਮਹਾਰਾਜ ਦਿਨ ਜਿਹੜੀ ਰਾਤ ਹੈ, 10ਵੇਂ ਪਾਤਸ਼ਾਹ ਮਹਾਰਾਜ ਜੀ ਨੇ ਆਨੰਦਪੁਰ ਸਾਹਿਬ ਨਗਰੀ ਛੱਡੀ। ਤੇ ਹੁਣ ਮਹਾਰਾਜ ਜੀ ਨੇ 6 ਪੋਹ ਨੂੰ ਕਿਉਂ ਛੱਡੀ? ਜ਼ਿਕਰ ਮਿਲਦਾ ਕਿ ਜਦੋਂ ਆਨੰਦਪੁਰ ਸਾਹਿਬ ਦਾ ਘੇਰਾ ਲੰਬਾ ਜਾ ਰਿਹਾ ਸੀ ਨਾ, ਤੇ ਪਹਾੜੀਆਂ ਨੂੰ ਵੀ ਇਹ ਪਤਾ ਲੱਗ ਗਿਆ ਸੀ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਿਸੇ ਵੀ ਕੀਮਤ ਤੇ, ਕਿਉਂਕਿ ਖਾਲਸਾ ਅਕਾਲ ਪੁਰਖ ਦੇ ਭੈ ਤੋਂ ਬਿਨਾਂ ਕਿਸੇ ਦਾ ਭੈ ਮੰਨਦਾ ਹੀ ਨਹੀਂ। ਖਾਲਸਾ ਨਿਕਲਿਆ ਹੀ ਤਲਵਾਰ ਦੇ ਜਲਾਓ ਵਿੱਚੋਂ ਹੈ, ਇਸ ਕਰਕੇ ਖਾਲਸਾ ਸ਼ਸਤਰ ਦੇ ਅਧੀਨ ਕਿੱਥੋਂ ਹੀਨ ਮੰਨ ਜਾਏਗਾ। ਇਸ ਕਰਕੇ ਇਹਨਾਂ ਭਾਈ ਧਾਰ ਦੇ ਪਹਾੜੀ ਰਾਜਿਆਂ ਨੂੰ ਇਹ ਜਿਹੜੇ ਔਰੰਗਜ਼ੇਬ ਨੇ ਚਾੜ ਕੇ ਭੇਜੇ ਹੋਏ 4 ਸੂਬੇਦਾਰ ਸਨ, ਇਹਨਾਂ ਨੂੰ ਯਕੀਨ ਹੋ ਗਿਆ ਕਿ ਯੁੱਧ ਵਿੱਚ ਸਾਡੇ ਕੋਲੋਂ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੋਲੋਂ ਸਾਡੇ ਕੋਲ ਜਿੱਤਿਆ ਨਹੀਂ ਜਾਣਾ। ਹਾਰ ਦਾ ਮੂੰਹ ਦੇਖ ਕੇ ਵਾਪਸ ਜਾਵਾਂਗੇ। ਜੇ 7 ਮਹੀਨੇ ਬਾਅਦ 8 ਮਹੀਨੇ ਬਾਅਦ ਵਾਪਸ ਦਿੱਲੀ, ਲਾਹੌਰ, ਕਸ਼ਮੀਰ ਚਲੇ ਗਏ, ਦੱਖਣ ਵੱਲ ਚਲੇ ਗਏ, ਤੇ ਕੀ ਮੂੰਹ ਵਿਖਾਵਾਂਗੇ ਜਾ ਕੇ ਆਪਣੇ ਘਰਾਂ ਵਿੱਚ, ਆਪਣੇ ਨਗਰਾਂ ਪ੍ਰਾਂਤਾਂ ਦੇ ਵਿੱਚ, ਬਾਦਸ਼ਾਹ ਦੀ ਸਭਾ ਦੇ ਵਿੱਚ, ਕਿ ਸੈਂਕੜੇ ਸਿੰਘਾਂ ਦੀ ਮੌਜੂਦਗੀ ਵਾਲੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ 10 ਲੱਖ ਮੁਲਖਈਏ ਕੋਲੋਂ ਜਿੱਤੇ ਨਹੀਂ ਗਏ, ਪਕੜੇ ਨਹੀਂ ਗਏ, ਮਾਰੇ ਨਹੀਂ ਗਏ। ਇਹਨਾਂ ਸਾਹਮਣੇ ਇਹਨਾਂ ਦੀ ਆਪਣੀ ਵੱਡੀ ਹਾਰ ਦਿਖਾਈ ਦਿੰਦੀ ਹੈ। ਇਹਨਾਂ ਨੂੰ, ਪਹਾੜੀਆਂ ਨੂੰ, ਮੁਗਲਾਂ, ਤੁਰਕਾਂ ਨੂੰ ਹਰ ਵਾਰੀ ਇਹਨਾਂ ਨੂੰ ਹਾਰ ਦਿਖਾਈ ਦਿਖਦੀ ਹੋਈ ਹਾਰ ਦਾ ਸਾਹਮਣਾ ਇਹ ਕਰ ਨਹੀਂ ਸਕਦੇ ਸਨ। ਫਿਰ ਇਹਨਾਂ ਨੇ ਇੱਕ ਉਹ ਮੰਦ ਨੀਅਤ ਜਿਹੜੀ ਪਹਿਲਾਂ ਵੀ ਗੁਰੂ ਸਾਹਿਬ ਜੀ ਜ਼ਾਹਰ ਕਰ ਚੁੱਕੇ ਨੇ ਇਹਨਾਂ ਦੇ ਸਮੇਂ ਵਿੱਚ, ਇਹਨਾਂ ਕਸਮਾਂ ਭੇਜਣੀਆਂ। 22 ਧਾਰ ਦੇ ਪਹਾੜੀ ਰਾਜਿਆਂ ਨੇ ਆਪਣਾ ਪੁਰੋਹਿਤ ਭੇਜਿਆ ਕਸਮਾਂ ਦੇ ਕੇ। ਗੁਰੂ ਸਾਹਿਬ ਜੀ ਜਦੋਂ ਕੋਲੋਂ ਪਹਾੜੀਆਂ ਦੀ ਕਸਮ ਆਈ, ਮਹਾਰਾਜ ਜੀ ਨੇ ਯਕੀਨ ਨਾ ਕੀਤਾ। ਮਾਤਾ ਗੁਜਰੀ ਜੀ ਕਹਿਣ ਲੱਗੇ ਯਕੀਨ ਕਰੋ। ਕਹਿਣ ਲੱਗੇ ਇਹਨਾਂ ਪਹਾੜੀਆਂ ਦੀ ਕਿਸੇ ਵੀ ਗੱਲ ਦਾ ਯਕੀਨ ਮਾਤਾ ਜੀ ਨਹੀਂ ਕਰ ਸਕਦੇ। ਮਾਤਾ ਜੀ ਕਹਿਣ ਲੱਗੇ ਕਿਉਂ? ਕਹਿਣ ਲੱਗੇ ਮਾਤਾ ਜੀ ਇਹ ਲੋਕ ਇੱਕ ਇਸ਼ਟ ਦੇ ਭਰੋਸੇ ਵਿੱਚ, ਭੈ ਵਿੱਚ ਚੱਲਦੇ ਨਹੀਂ, ਬੁੱਤ ਪ੍ਰਸਤ ਹਨ। ਇਹਨਾਂ ਦੀ ਮਾਨਸਿਕਤਾ ਦੇ ਵਿੱਚ, ਇਹਨਾਂ ਦੇ ਅਕੀਦਿਆਂ ਦੇ ਵਿੱਚ ਪੱਥਰਾਂ ਦੇ ਬੁੱਤ ਪਏ ਹੋਏ ਨੇ, ਤੇ ਪੱਥਰਾਂ ਦੇ ਬੁੱਤ ਨੂੰ ਕਦੇ ਅਕਾਲ ਪੁਰਖ ਦਾ ਸੱਚਾ ਭੈ ਆ ਨਹੀਂ ਸਕਦਾ। ਉਹ ਕਦੇ ਅਕਾਲ ਪੁਰਖ ਦੇ ਸੱਚੇ ਭੈ ਦੇ ਨੇਮ ਵਿੱਚ ਚੱਲ ਹੀ ਨਹੀਂ ਸਕਦੇ। ਇਸ ਕਰਕੇ ਇਹਨਾਂ ਬੁੱਤ ਪ੍ਰਸਤਾਂ ਦਾ ਕੋਈ ਯਕੀਨ ਨਹੀਂ। ਇਸ ਕਰਕੇ ਜੋ ਵੀ ਹੈ, ਕਿਉਂਕਿ ਜਿਹੜੇ ਬੰਦੇ ਨੇ ਆਪਣੇ ਇਸ਼ਟ ਨੂੰ ਹੀ ਦਾਅ ਤੇ ਲਾ ਦਿੱਤਾ। ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸਿਰ ਝੁਕਾਉਂਦੇ ਹਾਂ। ਸਾਰੇ ਧਰਮਾਂ ਦੇ ਲੋਕ ਆਪਣੇ ਪਾਵਨ ਧਰਮ ਗ੍ਰੰਥ ਦਾ ਬੜਾ ਅਦਬ ਕਰਦੇ ਨੇ, ਪਰ ਕਦੇ ਜੀਵਨ ਦੇ ਵਿੱਚ ਕੋਈ ਐਸੇ ਵੀ ਮਾੜੇ ਹਾਲਾਤ ਬਣ ਜਾਣ ਕਿ ਅਸੀਂ ਆਪਣੇ ਜੀਵਨ ਨੂੰ ਡਿਫੈਂਡ ਕਰਨ ਦੇ ਲਈ, ਸੁਰੱਖਿਅਤ ਕਰਨ ਦੇ ਲਈ, ਜਾਂ ਆਪਣੀ ਹਉਮੈ ਵਾਲੀ ਅਣਖ ਨੂੰ ਬਚਾਉਣ ਦੇ ਲਈ ਧਰਮ ਗ੍ਰੰਥ ਦਾ ਸਹਾਰਾ ਲਈਏ। ਇਸ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਮਾਤਾ ਗੁਜਰੀ ਜੀ ਨੂੰ ਕਹਿਣ ਲੱਗੇ ਕਿ ਜਿਨ੍ਹਾਂ ਨੇ ਆਪਣੇ ਅਗਿਆਨ, ਆਪਣੀ ਹਉਮੈ ਦੀ ਅਣਖ ਨੂੰ ਪਛਾਣਿਆ ਨਹੀਂ, ਆਪਣੇ ਅੰਦਰਲੇ ਕੂੜਿਆਰ ਨੂੰ ਪਛਾਣਿਆ ਨਹੀਂ, ਤੇ ਧਰਮ ਨੂੰ ਦਾਅ ਤੇ ਲੈ ਆਏ ਹਨ, ਇਸ ਬੰਦੇ ਦਾ ਧਰਮ ਤੇ ਵੀ, ਇਹਦੇ ਦਿੱਤੇ ਹੋਏ ਧਰਮ ਦੀ ਕਸਮ ਦਾ ਵੀ ਕੋਈ ਯਕੀਨ ਨਹੀਂ। ਪਰ ਬਾਅਦ ਦੇ ਵਿੱਚ ਜਦੋਂ ਹੋਰ ਜ਼ੋਰ ਵੱਧ ਗਿਆ ਤਾਂ ਫਿਰ ਗੁਰੂ ਸਾਹਿਬ ਜੀ ਨੇ ਇੱਕ ਗੱਲ ਕਹਿ ਦਿੱਤੀ ਕਿ ਜਿਸ ਔਰੰਗਜ਼ੇਬ ਦੀ ਸੈਨਾ ਦੇ ਨਾਲ, ਜਿਹਦੀ ਸ਼ਹਿਰ ਦੇ ਨਾਲ, ਜਿਹਦੀ ਸੈਨਿਕ ਤਾਕਤ ਦੇ ਨਾਲ ਇਹ ਪਹਾੜੀਏ 7 ਮਹੀਨਿਆਂ ਤੋਂ ਆਨੰਦਪੁਰ ਸਾਹਿਬ ਮੱਲ ਕੇ ਬੈਠੇ ਨੇ, ਘੇਰਾ ਘੱਤ ਕੇ ਬੈਠੇ ਨੇ, ਜੇ ਔਰੰਗਜ਼ੇਬ ਦਾ ਪੱਤਰ ਆ ਜਾਵੇ ਫਾਰਸੀ ਦੇ ਵਿੱਚ ਲਿਖਿਆ ਹੋਇਆ ਕਸਮ ਵਾਲਾ, ਤਾਂ ਫਿਰ ਵਿਚਾਰ ਕੀਤੀ ਜਾਵੇਗੀ। ਖਵਾਜਾ ਮਰਦੂਦ ਨੂੰ ਪੰਮੇ ਨੇ ਆ ਕੇ ਪੁਰੋਹਿਤ ਨੇ ਖਬਰ ਦਿੱਤੀ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਹੁਣ ਸਾਡੀਆਂ ਝੂਠੀਆਂ ਕਸਮਾਂ ਤੇ ਯਕੀਨ ਕਰਨ ਵਾਲੇ ਨਹੀਂ। ਇਹਨਾਂ ਦਿੱਲੀ ਪੱਤਰ ਭੇਜਿਆ ਕਿ ਬਾਦਸ਼ਾਹ ਏਡੀ ਵੱਡੀ ਮੁਹਿੰਮ ਦੇ ਵਿੱਚ ਹਾਰ ਖਾ ਰਹੇ ਹਾਂ, ਜੇ ਤੂੰ ਕਸਮ ਦੇ ਕੇ ਭੇਜ ਦੇਵੇਂ ਤੇ ਅਸੀਂ ਇਸ ਮੁਹਿੰਮ ਨੂੰ ਜਿੱਤਿਆ ਹੋਇਆ ਸਮਝ ਲਵਾਂਗੇ। ਦੁਨੀਆ ਦੀ ਨਜ਼ਰ ਦੇ ਵਿੱਚ ਇਤਿਹਾਸ ਤੇ ਮੁਲਾਂਕਣ ਕਰ ਹੀ ਦਿੰਦਾ ਨਾ ਕੌਣ ਜਿੱਤਿਆ ਕੌਣ ਹਾਰਿਆ। ਔਰੰਗਜ਼ੇਬ ਛਿੱਥਾ ਪਿਆ ਹੋਇਆ ਸੀ, ਦੱਖਣ ਦੇ ਵਿੱਚ ਉਹਦੀ ਪਹਿਲਾਂ ਹੀ ਮੱਤ ਵੱਜੀ ਹੋਈ ਸੀ, ਬੁਢਾਪੇ ਵਿੱਚ ਆ ਚੁੱਕਾ ਸੀ, ਜਿੱਦੀ ਸੀ, ਝਗੜਾਲੂ ਸੀ, ਬੜਾ ਖਿਜਣ ਵਾਲਾ ਬਾਦਸ਼ਾਹ ਸੀ। ਪੱਤਰ ਪੜ੍ਹਦੇ ਸਾਰੋਂ ਬੜਾ ਤੈਸ਼ ਵਿੱਚ ਆਇਆ, ਕਹਿਣ ਲੱਗਾ ਇੰਨੇ ਮੁਲਖਈਏ ਦੇ ਭੇਜਣ ਦਾ ਕੀ ਮਤਲਬ, ਜੇ ਕਸਮਾਂ ਦੇ ਕੇ ਹੀ ਆਨੰਦਪੁਰ ਸਾਹਿਬ ਛਡਾਉਣਾ ਉਹਨਾਂ ਕੋਲੋਂ।
ਤੇ ਆਪਣੀ ਹੋਈ ਹਾਰ ਨੂੰ ਜਿੱਤ ਦੇ ਰੂਪ ਚ ਪ੍ਰਭਾਸ਼ਿਤ ਕਰਨਾ। ਇਹੋ ਜਿਹੀ ਜਿੱਤ ਦਾ ਮਾਇਨਾ ਕੀ ਹੈ? ਪਰ ਉਹਦੇ ਕਹਿਣ ਤੇ ਬਾਅਦ 'ਚ ਉਹਦੇ ਵਜ਼ੀਰਾਂ ਨੇ, ਖਵਾਜੇ ਮਰਦੂਦ ਨੇ ਉਹਨੂੰ ਪੱਤਰ ਲਿਖਿਆ ਸੀ। ਬਾਅਦ ਦੇ ਵਿੱਚ ਉਹਨੇ ਇਸਲਾਮ ਦਾ ਪਾਕ ਕਲਮਾ ਲਿਖ ਕੇ ਥੱਲੇ ਹਜ਼ਰਤ ਮੁਹੰਮਦ ਸਾਹਿਬ ਦੇ ਪਵਿੱਤਰ ਨਾਮ ਦੀ ਕਸਮ ਖਾ ਕੇ, ਇਸਲਾਮ ਦੀਆਂ ਸਭ ਰਵਾਇਤਾਂ ਦੀ ਕਸਮ ਖਾ ਕੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਮੈਂ ਤੁਹਾਨੂੰ ਪੀਰ ਮੰਨਦਾ ਹਾਂ, ਮੈਂ ਤੁਹਾਨੂੰ ਤੁਹਾਡੇ ਧਰਮ ਦੇ ਰਹਿਬਰ ਮੰਨਦਾ ਹਾਂ, ਪਰ ਜਿਹੜੀ ਹੈ ਇਸ ਯੁੱਧ ਦੇ ਵਿੱਚ ਮੇਰੀ ਬਾਦਸ਼ਾਹੀ ਤਲ ਤੋਂ ਹਾਰ ਹੋ ਰਹੀ ਹੈ, ਇਸ ਕਰਕੇ ਤੁਸੀਂ ਮੇਰੀ ਕਸਮ ਦਾ ਯਕੀਨ ਕਰਕੇ। ਉਹਨੇ ਵਿੱਚ ਇਹ ਵੀ ਗੱਲ ਲਿਖੀ ਜਿਹੜੀ ਅਰਜ਼ ਕਰਨ ਯੋਗ ਹੈ। ਉਹਨੇ ਕਿਹਾ ਕਿ ਜੇ ਤੁਹਾਨੂੰ ਇਹਨਾਂ ਪਹਾੜੀਆਂ ਦੀ ਸਹੁੰ ਦਾ ਯਕੀਨ ਨਹੀਂ ਨਾ ਗੁਰੂ ਗੋਬਿੰਦ ਸਿੰਘ ਸਾਹਿਬ, ਮੇਰੀ ਸਹੁੰ ਦਾ ਯਕੀਨ ਕਰੋ। ਕਿਉਂ? ਕਹਿਣ ਲੱਗਾ ਅਸੀਂ ਮਵਾਹਦ ਹਾਂ। ਮਵਾਹਦ ਦਾ ਮਤਲਬ ਤੁਸੀਂ ਵੀ ਬੁੱਤ ਨਹੀਂ ਪੂਜਦੇ ਹੋ, ਅਸੀਂ ਵੀ ਬੁੱਤ ਨਹੀਂ ਪੂਜਦੇ। ਮੁਸਲਮਾਨ ਵੀ ਬੁੱਤ ਪੂਜਾ ਨਹੀਂ ਨਾ ਕਰਦੇ, ਪੱਥਰ ਪੂਜਾ ਨਹੀਂ ਕਰਦੇ। ਕਹਿਣ ਲੱਗੇ ਤੁਸੀਂ ਵੀ ਇੱਕ ਅੱਲਾ ਨੂੰ ਮੰਨਦੇ ਹੋ, ਬੁੱਤ ਪ੍ਰਸਤੀ ਨਹੀਂ ਕਰਦੇ, ਮੈਂ ਵੀ ਇੱਕ ਅੱਲਾ ਤਾਲਾ ਨੂੰ ਮੰਨਦਾ ਹਾਂ, ਇਸ ਕਰਕੇ ਮੇਰੀ ਕਸਮ ਦਾ ਯਕੀਨ ਕਰੋ। ਪਹਾੜੀਆਂ ਦੀ ਕਸਮ ਦਾ ਤੇ ਮਹਾਰਾਜ ਯਕੀਨ ਕਰਦੇ ਹੀ ਨਹੀਂ ਸਨ। ਪਹਿਲਾਂ ਹੀ ਮਹਾਰਾਜ ਨੇ ਦੇਖ ਲਿਆ ਸੀ ਕਿ ਜਦੋਂ ਪਹਿਲੀ ਵਾਰੀ ਲੋਹਗੜ੍ਹ ਦਾ ਕਿਲ੍ਹਾ ਛੱਡਿਆ ਤੇ ਨਰਮੋਹਗੜ੍ਹ ਦੇ ਸਥਾਨ ਤੇ ਆਪਣੀਆਂ ਕਸਮਾਂ ਤੋੜ ਕੇ ਯੁੱਧ ਕਰ ਬੈਠੇ ਸਨ। ਔਰੰਗਜ਼ੇਬ ਦੀ ਸਹੁੰ ਦਾ ਲਿਖਿਆ ਹੋਇਆ ਪੱਤਰ ਫਾਰਸੀ ਦੇ ਵਿੱਚ ਦਿੱਲੀ ਤੋਂ ਚੱਲ ਕੇ ਅਨੰਦਪੁਰ ਸਾਹਿਬ ਆਇਆ। ਪੰਮੇ ਪਰੋਤ ਦੁਆਰਾ ਫਿਰ ਇਹਨਾਂ ਨੇ ਸਾਰੀ ਕਸਮ ਬਣਾ ਕੇ ਭੇਜੀ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਫਾਰਸੀ ਵਿੱਚ ਪੱਤਰ ਪੜ੍ਹਿਆ ਤੇ ਮਹਾਰਾਜ ਨੇ ਰੋਲ ਕਰਕੇ ਆਪਣੇ ਕਮਰ ਕੱਸੇ ਲਾ ਲਿਆ। 2-4 ਦਿਨ ਬਤੀਤ ਹੋ ਗਏ ਔਰੰਗਜ਼ੇਬ ਦੀ ਕਸਮ ਆਈ ਨੂੰ। ਕੋਈ ਅਨੰਦਪੁਰ ਸਾਹਿਬ ਦੇ ਨਗਰ ਵਿੱਚ, ਲੋਹਗੜ੍ਹ ਦੇ ਕਿਲੇ ਵਿੱਚ, ਕੇਸਗੜ੍ਹ, ਫਤਿਹਗੜ੍ਹ, ਆਨੰਦਗੜ੍ਹ ਦੇ ਵਿੱਚ ਕੋਈ ਹਿਲ ਜੁਲ ਨਾ ਹੋਈ। ਨਾਲ ਦੇ ਸਿੰਘ ਸਾਰੇ ਹੈਰਾਨ ਕਿ ਹੁਣ ਤਾਂ ਬਾਦਸ਼ਾਹ ਦੀ ਕਸਮ ਵੀ ਆ ਗਈ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਅਜੇ ਤੱਕ ਵੀ ਕਿਲ੍ਹਾ ਛੱਡਣ ਦੇ ਲਈ, ਇੱਥੋਂ ਜਾਣ ਲਈ ਤਿਆਰ ਨਹੀਂ ਹਨ। ਕੁਝ ਸਿੰਘਾਂ ਨੇ ਮਹਾਰਾਜ ਦੇ ਹਜ਼ੂਰ ਆ ਕੇ ਬੇਨਤੀ ਕੀਤੀ, ਮਹਾਰਾਜ ਤੁਹਾਨੂੰ ਇਹਨਾਂ ਦੀ ਕਸਮ ਤੇ ਯਕੀਨ ਨਹੀਂ? ਮਹਾਰਾਜ ਕਹਿਣ ਲੱਗੇ, ਕਸਮ ਇੱਕ ਇਹੋ ਜਿਹੀ ਚੀਜ਼ ਹੈ ਕਿ ਜਦੋਂ ਇਹਨੂੰ ਕੋਈ ਬੰਦਾ ਧਾਰਨ ਕਰ ਲੈਂਦਾ ਹੈ ਨਾ, ਉਦੋਂ ਉਹ ਪਤਾ ਨਹੀਂ ਕੀ ਕਾਲ ਵਸ ਹੈ ਕਿ ਉਹ ਕੱਚਾ ਪੈਣ ਲੱਗਦਾ। ਇਸ ਕਰਕੇ ਜਦੋਂ ਕਸਮ ਖਾ ਲਈ ਜਾਵੇ ਉਦੋਂ ਦੀਨ ਕੱਚਾ ਹੋ ਜਾਂਦਾ। ਇਸ ਕਰਕੇ ਪਾਤਸ਼ਾਹ ਜੀ ਕਹਿਣ ਲੱਗੇ ਜੇ ਕਾਲ ਵਿੱਚ ਨਹੀਂ ਕੁਝ ਕਰ ਸਕਦੇ, ਕਹਿਣ ਲੱਗੇ ਮਾਲ ਕੁਝ ਯਤਨ ਕਰੋ। ਮਹਾਰਾਜ ਕਹਿਣ ਲੱਗੇ ਕਿ ਚਲੋ ਇੰਜ ਕਰੋ, ਜੋ ਸਾਡੇ ਕਿਲੇ ਦੇ ਅੰਦਰ ਕੂੜਾ ਕਰਕਟ ਪਿਆ ਨਾ, ਜੋ ਨਕਾਰਾ ਹੋ ਚੁੱਕੀਆਂ ਚੀਜ਼ਾਂ ਹਨ, ਚਾਹੇ ਸ਼ਸਤਰ ਹਨ, ਕੁਝ ਹੋਰ ਹੈ, ਉਹ ਸਾਰਾ ਲੱਦ ਕੇ ਨਾ ਉੱਪਰ ਚੰਗੇ ਦੁਸ਼ਾਲੇ ਬੰਨ੍ਹ ਕੇ ਤੇ ਕੁਝ ਗੱਡੇ ਜਿਹੜੇ ਹਨ ਉਹਨਾਂ ਉੱਪਰ ਲੱਦ ਕੇ ਬਾਹਰ ਭਿਜਵਾ ਦਿਓ। ਮਹਾਰਾਜ ਜੀ ਨੇ ਕਿਹਾ ਕਿ ਕੁਝ ਗੱਡੇ ਮੰਗਵਾ ਲਏ। ਗਿਣਤੀ ਦੇ ਵਿੱਚ ਕੁਝ 40 ਆਖਦੇ ਨੇ, ਕੁਝ 20 ਆਖਦੇ। ਇਹਨਾਂ ਸਾਰੇ ਗੱਡਿਆਂ ਦੇ ਉੱਪਰ ਮਹਾਰਾਜ ਜੀ ਨੇ ਕੂੜਾ ਕਰਕਟ ਲਵਾ ਕੇ ਚੰਗੀ ਤਰ੍ਹਾਂ ਉੱਪਰ ਦੁਸ਼ਾਲੇ ਬਣਵਾ ਦਿੱਤੇ। ਉਹ ਦੁਸ਼ਾਲੇ ਜਿਨ੍ਹਾਂ ਦੇ ਉੱਪਰ ਚੰਗੀ ਕਢਾਈ ਕੀਤੀ ਹੋਈ, ਜਿਵੇਂ ਲੱਗੇ ਵੀ ਕੀਮਤੀ ਚੀਜ਼ ਉੱਪਰ ਕੀਮਤੀ ਕੱਪੜਾ ਪਾਇਆ ਜਾਂਦਾ। ਗੁਰੂ ਸਾਹਿਬ ਜੀ ਨੇ ਜਿਹੜੇ ਹਨ ਗੱਡੇ ਤੋਰ ਦਿੱਤੇ ਬਾਹਰ ਵੱਲ ਨੂੰ। ਅਜੇ ਥੋੜ੍ਹੀ ਕੁ ਦੂਰੀ ਤੇ ਗਏ ਸਨ ਗੱਡੇ, ਪਹਾੜੀ ਅਤੇ ਮੁਗਲ ਦੋਵੇਂ ਟੁੱਟ ਕੇ ਪੈ ਗਏ। ਕਿਰਪਾਨਾਂ ਮਾਰ ਮਾਰ ਕੇ, ਬਰਛੇ ਮਾਰ ਮਾਰ ਕੇ ਉਹ ਬੰਨੇ ਹੋਏ ਜਿਹੜੇ ਸਨ ਦੁਸ਼ਾਲੇ ਪਾੜ ਦਿੱਤੇ। ਵਿੱਚੋਂ ਫੋਲ ਫੋਲ ਕੇ ਵੇਖਿਆ ਤੇ ਨਿਕਲਿਆ ਕੂੜਾ ਕਰਕਟ। ਦਸਮ ਪਾਤਸ਼ਾਹ ਅਨੰਦਪੁਰ ਸਾਹਿਬ ਦੀ ਧਰਤੀ ਤੇ ਕੇਸਗੜ੍ਹ ਦੇ ਕਿਲੇ ਅੰਦਰ ਬੈਠੇ ਹੋਏ ਦੇਖ ਰਹੇ ਹਨ। ਗੁਰੂ ਸਾਹਿਬ ਜੀ ਕਹਿਣ ਲੱਗੇ, ਦੇਖਿਆ ਭਾਈ ਦਇਆ ਸਿੰਘ ਜੀ, ਦੇਖ ਰਹੇ ਹੋ ਨਾ ਜਿਨ੍ਹਾਂ ਨੇ ਤੁਹਾਨੂੰ ਕਸਮ ਦਿੱਤੀ, ਅਜੇ ਕਸਮ ਨੂੰ ਖਾਧੀ ਨੂੰ, ਇਹਨਾਂ ਦੀ ਕਸਮ ਲਈ ਨੂੰ ਅਜੇ 48 ਘੰਟੇ ਨਹੀਂ ਹੋਏ ਤੇ ਦੀਨ ਦੇਖ ਲਓ ਇਹਨਾਂ ਦਾ। ਕਹਿਣ ਲੱਗੇ ਖਾਲਸਾ ਇਹਨਾਂ ਕੱਚੇ ਦੀਨਦਾਰਾਂ ਦੀ ਗੱਲ ਦਾ ਕਦੇ ਵਸਾ ਨਹੀਂ ਕਰਦਾ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਕਲਾ ਕਿਉਂ ਵਰਤਾਈ? ਕੀ ਮਹਾਰਾਜ ਨੂੰ ਵੈਸੇ ਨਹੀਂ ਸੀ ਪਤਾ ਸੀ ਕਿ ਇਹ ਸਤਯੁਗ ਦੇ ਵਿੱਚ ਅਸੀਂ ਸੁਣਦੇ ਹਾਂ ਕਿ ਇੱਕ ਅਵਤਾਰ ਹੋਏ 52 ਅਵਤਾਰ। ਉਹ ਰਾਜੇ ਦੇ ਹੱਥੋਂ ਛਲਿਆ ਗਿਆ ਸੀ, ਜਿਹਨੂੰ ਕਿਹਾ ਸਤਜੁਗ ਤੈ ਮਾਣਿਓ ਛਲਿਓ ਬਲ 52 ਪਾਇਓ। 52 ਅਵਤਾਰ ਰਾਜੇ ਬਲ ਨੂੰ ਛਲਣ ਆਇਆ ਸੀ ਤੇ ਆਪ ਛਲਿਆ ਗਿਆ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਕੌਤਕ ਵਰਤਾ ਕੇ ਪੂਰਨ ਪੁਰਖ ਸਤਿਗੁਰ ਹੋਣ ਦਾ ਪ੍ਰਮਾਣ ਦਿੱਤਾ ਕਿ ਕੁੱਲ ਜ਼ਮਾਨਾ ਵੀ ਛਲ ਧਾਰਨ ਕਰ ਲਵੇ ਨਾ, ਕੁੱਲ ਕਾਇਨਾਤ ਵੀ ਕਪਟੀ ਹੋ ਜਾਵੇ, ਕੁੱਲ ਕਾਇਨਾਤ ਵੀ ਝੂਠੀ ਖਸਮ ਖਾ ਜਾਵੇ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਉਸ ਅਕਾਲ ਪੁਰਖ ਦੇ ਵਿੱਚ, ਸੱਚ ਦੇ ਵਿੱਚ
ਇੰਨਾ ਯਕੀਨ ਪੱਕਾ ਹੈ ਕਿ ਪੂਰੇ ਦੁਨੀਆ ਦਾ ਛਲ ਵੀ ਉਹਨਾਂ ਨੂੰ ਛਲ ਨਹੀਂ ਸਕਦਾ। ਸਤਿਗੁਰੂ ਅਛਲ ਹਨ, ਨਹੀਂ ਛਲੇ ਜਾ ਸਕਦੇ, ਭਾਵੇਂ ਜਿੰਨੀਆਂ ਮਰਜ਼ੀ ਝੂਠੀਆਂ ਕਸਮਾਂ ਹੋਣ। ਹੁਣ ਗੁਰੂ ਸਾਹਿਬ ਜੀ ਨੇ ਫਿਰ ਬਾਅਦ ਦੇ ਵਿੱਚ ਨਾਲ ਦੇ ਸਿੰਘਾਂ ਦਾ ਜ਼ੋਰ ਵੱਧਦਾ ਜਾ ਰਿਹਾ ਸੀ। ਇਹ ਤਾਂ ਕਿਲੇ ਦੀਆਂ ਅੰਦਰਲੀਆਂ ਗੱਲਾਂ ਨਾ, ਜਿਹੜੀਆਂ ਆਪਾਂ ਹੁਣ ਨਹੀਂ ਬੁੱਝ ਸਕਦੇ। ਜਿਹੜੇ ਮਹਾਰਾਜ ਤੋਂ ਜਾਨ ਵਾਰਦੇ ਸਨ, ਉਹ ਮਹਾਰਾਜ ਕੋਲੋਂ ਆਪਣੀ ਗੱਲ ਵੀ ਮਨਵਾਉਣਾ ਚਾਹੁੰਦੇ ਹੋਣਗੇ, ਕਿਉਂਕਿ ਭੁੱਖ ਨੇ, ਜ਼ੁਲਮ ਨੇ ਨਿਢਾਲ ਕਰ ਛੱਡੇ ਹਨ। ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਜਿਹੜਾ 5 ਪੋਹ ਦਾ ਦਿਨ, ਮਹਾਰਾਜ ਜੀ ਨੇ 5 ਪੋਹ ਦੇ ਸਵੇਰ ਵੇਲੇ, ਕਹਿੰਦੇ 5 ਪੋਹ ਦਾ ਜਦੋਂ ਦੀਵਾਨ ਸੱਜਿਆ ਨਾ ਸਵੇਰ ਵੇਲੇ ਦਾ, 10ਵੇਂ ਪਾਤਸ਼ਾਹ ਮਹਾਰਾਜ ਦੇ ਸਾਹਿਬਜ਼ਾਦਿਆਂ ਨੇ ਉਸ ਦਿਨ ਕੀਰਤਨ ਨਾ ਕੀਤਾ। ਉਂਝ ਸਾਹਿਬਜ਼ਾਦਾ ਅਜੀਤ ਸਿੰਘ, ਜੁਝਾਰ ਸਿੰਘ, ਭਾਈ ਦਇਆ ਸਿੰਘ ਤੇ ਹਿੰਮਤ ਸਿੰਘ ਇਹ ਕੀਰਤਨ ਵਿੱਚ ਲੱਗਦੇ ਸਨ। ਕੀਰਤਨ ਨਾ ਹੋਇਆ, ਕੀਰਤਨ ਹੋਰ ਸਿੰਘਾਂ ਨੇ ਕੀਤਾ। ਪਾਤਸ਼ਾਹ ਜੀ ਇਸ ਗੱਲ ਤੋਂ ਜਾਣ ਗਏ ਕਿ ਹੁਣ ਖਾਲਸੇ ਦਾ ਮਨ ਯੁੱਧ ਦੀ ਇਸ ਭੂਮੀ ਤੋਂ ਉੱਪਰੋਂ ਉੱਠ ਗਿਆ ਹੈ। ਮਹਾਰਾਜ ਜੀ ਨੇ ਸਾਰੇ ਖਾਲਸੇ ਦੀ ਮਨੋਦਸ਼ਾ ਨੂੰ ਭਾਂਪਿਆ। ਪੂਰਾ ਗੁਰੂ ਪੀਰ ਉਹ ਹੁੰਦਾ ਜੋ ਆਪਣੇ ਮਰੀਦਾਂ ਦੇ ਅੰਦਰ ਨੂੰ ਭਾਂਪ ਜਾਵੇ, ਜਿਹੜਾ ਉਹਨਾਂ ਦੇ ਅੰਦਰ ਦੀਆਂ ਮਨ ਦੀਆਂ ਤਹਿਾਂ ਵਿੱਚ ਚੱਲ ਰਹੇ ਖਿਆਲਾਂ ਨੂੰ ਇੰਨ ਬਿੰਨ ਆਪਣੇ ਹਿਰਦੇ ਅੰਦਰ ਧੜਕਦਾ ਮਹਿਸੂਸ ਕਰ ਲਏ। ਇਹੀ ਉਹ ਸਿੰਘ ਨੇ ਜਿਹੜੇ ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਸਾਹਮਣੇ ਮੁਰਝਾਏ ਥੋੜੇ ਤੁਰੇ ਫਿਰਦੇ ਨੇ। ਉਹੀ ਸਿੰਘ ਨੇ ਜਿਨ੍ਹਾਂ ਨੇ ਮਹਾਰਾਜ ਦੇ ਇੱਕ ਵਾਕ ਤੇ ਭਾਈ ਉਦੈ ਸਿੰਘ ਵਰਗਿਆਂ ਨੇ ਕੇਸਰੀ ਚੰਦ ਵਰਗੇ ਦਾ ਸਿਰ ਵੱਢ ਕੇ ਉਹਨਾਂ ਦੇ ਪੈਰਾਂ ਸੁੱਟਿਆ ਸੀ। ਇਹ ਉਹੀ ਸਿੰਘ ਨੇ ਜਿਹੜੇ ਮਹਾਰਾਜ ਦੇ ਸਾਹਮਣੇ ਇੱਕ ਬਚਨ ਤੇ ਚੜੇ ਜਾਂਦੇ ਹਨ। ਭਾਈ ਬਚਿੱਤਰ ਸਿੰਘ ਵਰਗੇ ਤੇ ਹਾਥੀ ਨੂੰ ਲਹੂ ਲੁਹਾਨ ਕਰਕੇ ਭਾਈ ਸਾਹਿਬ ਸਿੰਘ ਵਰਗੇ ਹਾਥੀ ਦੀ ਸੁੰਨ ਵੱਢ ਦਿੰਦੇ ਨੇ। ਮਹਾਰਾਜ ਜਾਣਦੇ ਨੇ ਆਪਣੇ ਸਿੰਘਾਂ ਨੂੰ ਵੀ ਇਹ ਉਹੀ ਨੇ ਜਿਹੜੇ ਮੇਰੇ ਇੱਕ ਬਚਨ ਤੇ ਆਪਣੀ ਜਾਨ ਨੂੰ ਵੀ ਕੱਖ ਨਹੀਂ ਸਮਝਦੇ। ਇਹ ਉਹੀ ਸਦਕ ਦੇ ਰੱਤੇ ਹਨ ਜਿਹੜੇ ਮੌਤ ਨੂੰ ਵੀ ਮਖੌਲ ਕਰਦੇ ਨੇ। ਜੇ ਅੱਜ ਇਹਨਾਂ ਦੇ ਜੀਵਨ 'ਚ ਕੁਝ ਢਲਿਆਈ ਆਈ ਹੈ ਤੇ ਇਹ ਕਾਲ ਦੀ ਵੱਡੀ ਮਾਰ ਹੈ। ਆਪਾਂ ਸਰਲ ਸ਼ਬਦਾਂ 'ਚ ਕਹਿ ਦਿੰਦੇ ਜੀ ਇੰਝ ਹੋਇਆ ਉਂਝ ਹੋਇਆ, ਪਰ 7 ਮਹੀਨੇ ਤੱਕ ਜਿਨ੍ਹਾਂ ਨੇ ਬਾਹਰ ਦੀ ਦੁਨੀਆ ਨਹੀਂ ਦੇਖੀ, ਜਿਨ੍ਹਾਂ ਨੇ ਚੱਜ ਨਾਲ ਖਾਧਾ ਨਹੀਂ, ਜਿਨ੍ਹਾਂ ਦੀ ਨਜ਼ਰ ਸਾਹਮਣੇ ਹਰ ਵੇਲੇ ਦੁਸ਼ਮਣ ਰਿਹਾ, ਮੌਤ ਜਿਹੜੀ ਹਰ ਵਕਤ ਆਪਣਾ ਜਿਹੜਾ ਨਾਦ ਗੁੰਜਾਉਂਦੀ ਰਹੀ, ਹਰ ਦਮੇ ਧਰਮ ਦੀ ਸ਼ਮਾ ਦਾ ਜਿਹੜਾ ਧਵਜ ਚੁੱਕ ਕੇ, ਧਰਮ ਦਾ ਧਵਜ ਚੁੱਕ ਕੇ ਜ਼ੁਲਮ ਨੂੰ, ਅਤਿਆਚਾਰ ਨੂੰ ਖਤਮ ਕਰਨ ਦਾ ਜਿਨ੍ਹਾਂ ਨੇ ਅਹਿਦ ਲਿਆ ਹੋਇਆ ਸੀ, ਉਹਨਾਂ ਲਈ 7 ਮਹੀਨੇ ਪਿਛਲੇ ਸਮੇਂ 'ਚ ਮਹਾਂਮਾਰੀ ਲੰਘੀ। ਮਹਾਂਮਾਰੀ ਕਰਕੇ ਸਾਨੂੰ ਖੌਫ ਸੀ ਕਿ ਮੌਤ ਨਾ ਆ ਜਾਵੇ। ਕੁਝ ਸਮਾਂ ਲੋਕਾਂ ਨੂੰ ਘਰਾਂ ਅੰਦਰ ਰੁਕਣਾ ਪਿਆ, ਮੁਹਾਲ ਹੋ ਗਈ ਜ਼ਿੰਦਗੀ ਲੋਕਾਂ ਦੀ। 7 ਮਹੀਨੇ ਜਿਹੜੇ ਰੋਜ਼ ਸਿਰ ਚੁੱਕਦੇ ਹੁਣ ਸਾਹਮਣੇ ਦੁਸ਼ਮਣ ਹੀ ਦੁਸ਼ਮਣ ਨਜ਼ਰ ਆਉਂਦਾ ਹੋਵੇ, ਰੋਜ਼ ਦਿਨ ਰਾਤ ਗੋਲੀਆਂ ਦੀ, ਨਗਾਰਿਆਂ ਦੀ ਆਵਾਜ਼ ਗੂੰਜਦੀ ਹੋਵੇ, ਇੰਨੇ ਵੱਡੇ ਘੇਰੇ ਵਿੱਚ ਵੀ ਐਡਾ ਵੱਡਾ ਸਿਦਕ ਸਾਬਤ ਰਹਿ ਜਾਣਾ, ਇਹ ਖਾਲਸੇ ਦੀ ਕਰਾਮਾਤ ਹੀ ਕਹੀ ਜਾ ਸਕਦੀ ਹੈ। ਨਹੀਂ ਤੇ ਜਿਨ੍ਹਾਂ ਦੇ ਅੰਦਰ ਬੰਦਗੀ ਦੇ ਰੂਹਾਨੀ ਬਲ ਨਹੀਂ ਹੁੰਦੇ, ਦੂਜੇ ਦਿਨ ਹੀ ਛਟਪਟਾ ਜਾਂਦੇ ਨੇ। ਮਹਾਰਾਜ ਆਪਣੇ ਮੁਰੀਦਾਂ ਦੀ, ਸਾਰੇ ਸਿੱਖਾਂ ਦੀ ਮਨੋਦਸ਼ਾ ਭਾਂਪ ਗਏ ਕਿ ਖਾਲਸਾ ਇੰਨੀ ਚੜ੍ਹਦੀ ਕਲਾ ਵਾਲਾ ਹੈ। ਭਾਵੇਂ ਇਹਨਾਂ ਨੇ ਅਜੇ ਸਿਦਕ ਨਹੀਂ ਹਾਰਿਆ, ਪਰ ਹੁਣ ਇਹਨਾਂ ਦੀਆਂ ਰੂਹਾਂ ਦੇ ਅੰਦਰ ਇੱਕ ਤੜਪ ਹੈ। ਫਿਰ ਜ਼ਿਕਰ ਵੀ ਮਿਲਦਾ ਕਿ ਭਾਈ ਬਚਿੱਤਰ ਸਿੰਘ ਨੇ ਮਹਾਰਾਜ ਨੂੰ ਕਹਿ ਦਿੱਤਾ ਸੀ, ਮਹਾਰਾਜ ਜੇ ਕਿਲਾ ਨਹੀਂ ਛੱਡਣਾ ਤਾਂ ਇੱਕ ਇੱਕ ਥਾਪੜਾ ਹੋਰ ਦੇ ਦਿਓ। ਆ ਜਿੰਨਾ ਕੁ ਮੁਲਖਈਆ ਨਜ਼ਰ ਆ ਰਿਹਾ ਨਾ, ਸਾਰਾ ਵੱਢ ਕੇ ਜਿਵੇਂ ਇੱਕ ਤਰਖਾਣ ਵੱਢਦੇ ਲੱਕੜ ਦੇ ਜੰਗਲ ਦੇ ਵਿੱਚ, ਤੇ ਆਪਣੇ ਆਰੇ ਨਾਲ ਵੱਢ ਕੇ ਮੋਸ਼ੇ ਵਿਛਾ ਦੇਵੇ। ਕਹਿਣ ਲੱਗਾ ਮਹਾਰਾਜ ਇੱਕ ਇੱਕ ਥਾਪੜਾ ਸਾਰਿਆਂ ਨੂੰ ਦੇ ਦਿਓ। ਆ 10 ਲੱਖ ਦਾ ਮੁਲਖਈਆ ਮਾਰਨਾ ਕਿੱਡੀ ਕੁ ਵੱਡੀ ਗੱਲ ਜੇ ਮਹਾਰਾਜ ਕਿਲਾ ਨਹੀਂ ਛੱਡਣਾ। ਪਰ ਮਹਾਰਾਜ ਮਨੋਦਸ਼ਾ ਭਾਂਪ ਗਏ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ 5 ਪੋਹ ਦੀ ਜਿਹੜੀ ਦੁਪਹਿਰ ਹੈ, ਉਸ ਵੇਲੇ ਮਹਾਰਾਜ ਨੇ ਆਗਿਆ ਕਰ ਦਿੱਤੀ ਕਿ ਸਾਰਾ ਸਮਾਨ ਜਿਹੜਾ ਕਿਲੇ ਦਾ ਜਿਹੜਾ ਜ਼ਰੂਰੀ ਹੈ ਉਹ ਨਾਲ ਲੈ ਲਿਆ ਜਾਵੇ, ਬਾਕੀ ਜਿਹੜਾ ਅਤ ਜ਼ਰੂਰੀ ਹੈ ਉਹ ਨਾਲ ਲੈ ਲਿਆ ਜਾਵੇ, ਬਾਕੀ ਜਿਹੜਾ ਸਮਾਨ ਹੈ ਉਹ ਜਲਾ ਦਿਓ, ਜਿਹੜੀ ਬਣੀ ਹੋਈ ਖੂਹੀ ਉਹ ਡੋਬ ਦਿਓ ਉਹਦੇ ਵਿੱਚ, ਤੇ ਸਾਰੀ ਤਿਆਰੀ ਕਰ ਲਓ। ਜਿਹੜੇ ਮਹਿਲ ਹਨ, ਮਾਤਾਵਾਂ ਹਨ, ਉਹਨਾਂ ਦਾ ਇੱਕ ਵੱਖਰਾ ਜਥਾ ਹੋਵੇ। ਸੂਰਬੀਰ ਸਿੰਘ ਜਿਹੜੇ ਸਾਡੇ ਨਾਲ ਹਨ, ਕਿਉਂਕਿ ਮਹਾਰਾਜ 5 ਪਿਆਰਿਆਂ ਨੂੰ ਤੇ ਜਿਹੜੇ 5 ਮੁਕਤੇ ਸਨ ਉਹਨਾਂ ਨੂੰ ਹਮੇਸ਼ਾ ਮਹਾਰਾਜ ਨਾਲ ਰੱਖਦੇ ਸਨ। ਜਿਵੇਂ 5 ਪਿਆਰਿਆਂ ਵਿੱਚ ਭਾਈ ਦਇਆ ਸਿੰਘ, ਹਿੰਮਤ ਸਿੰਘ, ਮੋਹਕਮ ਸਿੰਘ, ਸਾਹਿਬ ਸਿੰਘ, ਧਰਮ ਸਿੰਘ ਹੋ ਗਏ।
ਪੰਜਾਂ ਮੁਕਤਿਆਂ ਦੇ ਵਿੱਚ ਫਿਰ ਭਾਈ ਗੁਰੂ ਸਾਹਿਬ ਜੀ ਨੇ ਭਾਈ ਉਦੈ ਸਿੰਘ, ਬਚਿੱਤਰ ਸਿੰਘ, ਆਲਮ ਸਿੰਘ, ਭਾਈ ਜੈਤਾ ਜੀ, ਇਹ ਸਾਰੇ ਸਿੰਘ ਮਹਾਰਾਜ ਆਪਣੇ ਨਾਲ ਰੱਖਦੇ ਸਨ। ਭਾਈ ਆਲਮ ਸਿੰਘ ਵਰਗੇ। ਪੰਜ ਪੋਹ ਦੀ ਮਹਾਰਾਜ ਨੂੰ ਦੁਪਹਿਰ ਨੂੰ ਮਹਾਰਾਜ ਨੇ ਨਿਰਣਾ ਕਰ ਦਿੱਤਾ। ਉਦੋਂ ਕਿ ਉਸ ਤੋਂ 1-2 ਦਿਨ ਪਹਿਲਾਂ, 2 ਦਿਨ ਪਹਿਲਾਂ ਹੀ ਔਰੰਗਜ਼ੇਬ ਦੀ ਚਿੱਠੀ ਆਈ ਸੀ। ਤਾਂ ਜਦੋਂ ਗੁਰੂ ਸਾਹਿਬ ਜੀ ਦਾ ਹੁਕਮ ਹੋ ਗਿਆ, ਸਾਰੇ ਸਿੰਘ ਤਿਆਰੀ ਕਰਨ ਲੱਗ ਪਏ। ਕੋਈ ਗੱਡਿਆਂ 'ਚ ਸਮਾਨ ਲੱਦਣ ਲੱਗ ਪਿਆ, ਕੋਈ ਘੋੜਿਆਂ ਦੀ ਜੀਨ ਕਾਠੀ ਨੂੰ ਕੱਸਣ ਲੱਗ ਪਿਆ, ਕੋਈ ਆਪਣੇ ਸ਼ਸਤਰਾਂ ਨੂੰ ਸੰਭਾਲਣ ਲੱਗ ਪਿਆ। ਮਹਾਰਾਜ ਦੀ ਜਦੋਂ ਇਹ ਸਾਰਾ ਖਾਲਸਾ ਆਪੋ ਆਪਣੀ ਤਿਆਰੀ ਕਰਨ ਲੱਗ ਪਿਆ, ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਅਸੀਂ ਦੇਖਣਾ ਕਿ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਅਨੰਦਪੁਰ ਸਾਹਿਬ ਨਗਰ ਛੱਡਦੇ ਨੇ, ਗੁਰੂ ਸਾਹਿਬ ਦੀ ਅੰਦਰਲੀ ਸੁਰਤ ਕੀ ਹੈ। ਤੇ ਪਹਿਲਾਂ ਇਹਨੂੰ ਸਿੱਖੀ ਦੇ ਨੁਕਤੇ ਤੋਂ ਸਮਝੀਏ। ਅਸੀਂ ਇਹਨੂੰ ਕਹਿਣ ਲੱਗ ਪਏ ਅੱਜ ਦੇ ਸਮੇਂ 'ਚ ਵੀ ਅਨੰਦਪੁਰ ਸਾਹਿਬ ਤੋਂ ਪਤਾ ਨਹੀਂ, ਕਹਿਣ ਲੱਗ ਪਏ ਜਾਂ ਮੈਨੂੰ ਲੱਗਦਾ ਰੱਬ ਜਾਣੇ, ਪਰ ਕਹਿਣ ਲੱਗ ਪਏ। ਮੈਂ ਸੁਣਿਆ ਬਹੁਤ ਥਾਵਾਂ 'ਤੇ ਕਿ ਜੀ ਉੱਜੜ ਗਏ, ਮਤਲਬ ਉੱਜੜ ਸ਼ਬਦ ਅਸੀਂ ਵਰਤਣ ਲੱਗ ਪਏ ਹਾਂ ਅੱਜ ਦੇ ਸਮੇਂ 'ਚ। ਪਰ ਜਦੋਂ ਸਿੱਖੀ ਦੀ ਸਪਿਰਿਟ ਨੂੰ ਗੌਰ ਨਾਲ ਦੇਖੋ ਤਾਂ ਸਹੀ, ਸਿੱਖੀ ਜਿਸ ਸਪਿਰਿਟ ਵਿੱਚੋਂ ਪੈਦਾ ਹੋਈ, ਸਿੱਖੀ ਦੀ ਜੋ ਮੂਲ ਭਾਵਨਾ ਹੈ, ਉਹਦੇ ਵਿੱਚ ਦੇਖੋ ਤਾਂ ਸਹੀ ਮਹਾਰਾਜ ਨੇ ਇੱਕ ਉਹਦੇ ਵਿੱਚ ਸਿੱਖੀ ਦਾ ਇੱਕ ਸਿਧਾਂਤ, ਇੱਕ ਵਿਵਹਾਰ ਬਣਾਇਆ ਹੋਇਆ ਹੈ ਕਿ ਉੱਜੜ ਕੇ ਵਸਣਾ, ਤੇ ਇਸ ਤਰੀਕੇ ਨਾਲ ਵਸਣਾ ਕਿ ਜਿੱਥੇ ਜਾ ਕੇ ਬਹਿ ਗਏ ਉੱਥੇ ਹੀ ਆਬਾਦ। ਸੁਲਤਾਨਪੁਰ ਲੋਧੀ ਤੋਂ ਮਹਾਰਾਜ ਸੱਚ ਦੀ ਛਮਾ ਜਿਹੜਾ ਹੈ, ਸੱਚ ਦਾ ਨਾਅਰਾ ਬੁਲੰਦ ਕਰਦੇ ਹਨ, ਉਹਨੂੰ ਵੰਗਾਰਾਂ ਪਈਆਂ ਤੇ ਮਹਾਰਾਜ ਨੇ ਉਸ ਵੰਗਾਰਾਂ ਨੂੰ ਪਾਪ ਕੀ ਜੰਜ ਕਿਹਾ, ਚੱਕੀਆਂ ਢੋਈਆਂ ਮਹਾਰਾਜ ਨੇ ਸਾਰਾ ਕੁਝ ਕੀਤਾ। ਕਰਤਾਰਪੁਰ ਵਸਿਆ, ਸਿੱਖੀ ਨੇ ਆਪਣਾ ਸਥਾਨ ਕਰਤਾਰਪੁਰ ਤੋਂ ਬਦਲ ਕੇ ਖਡੂਰ ਸਾਹਿਬ ਕਰ ਦਿੱਤਾ। ਸਿੱਖੀ ਇੱਕ ਥਾਂ ਤੇ ਟਿਕੀ ਨਹੀਂ। ਜਦੋਂ ਗੁਰੂ ਸਾਹਿਬ ਜੀ ਖਡੂਰ ਸਾਹਿਬ ਜਾ ਬੈਠੇ, ਹਮਾਂਜੂ ਵਰਗੇ ਆ ਕੇ ਧਮਕੇ, ਉਦੋਂ ਵੀ ਇਹੀ ਗੁਰੂ ਸੁਰਤ ਨੇ ਕਿਹਾ ਕਿ ਇਹ ਤਲਵਾਰ ਤੇਰੀ ਸ਼ੇਰ ਸ਼ਾਹ ਸੂਰੀ ਵੇਲੇ ਕਿੱਥੇ ਸੀ, ਕਿੱਥੇ ਸੀ ਇਹ ਤਲਵਾਰ। ਇਹੀ ਗੁਰੂ ਸੁਰਤ ਹੈ। ਅਸੀਂ ਗੁਰੂ ਜੋਤ ਨੂੰ ਵੱਖਰਾ ਵੱਖਰਾ ਕਰਕੇ ਨਹੀਂ ਦੇਖ ਸਕਦੇ। ਦੂਜੇ ਪਾਤਸ਼ਾਹ ਨੇ ਕਹਿ ਦਿੱਤਾ ਸੀ ਉਸ ਵਕਤ ਕਿ ਕਿੱਥੇ ਤੇਰੀ ਤਲਵਾਰ ਹਮਾਂਜੂ, ਜਿਹੜੀ ਬਾਬਰ ਦਾ ਪੁੱਤਰ, ਕਿੱਥੇ ਜਿਹੜੀ ਅੱਜ ਤਲਵਾਰ ਦੀ ਧੌਂ ਸਾਨੂੰ ਵਿਖਾਉਣਾ। ਉਸ ਤੋਂ ਬਾਅਦ ਸਿੱਖੀ ਨੇ ਆਪਣਾ ਮੁਕਾਮ ਬਦਲਿਆ। ਗੋਇੰਦਵਾਲ ਬੀਰਬਲ ਵਰਗੇ ਅਕਬਰ ਦੇ ਹੰਕਾਰੀ ਚੜ੍ਹ ਕੇ ਆਏ, ਉਹਨਾਂ ਨੇ ਮਾਤ ਖਾਧੀ ਤੀਜੇ ਪਾਤਸ਼ਾਹ ਕੋਲ। ਅਕਬਰ ਵਰਗੇ ਸਹਿਜਰੇ ਸਿੱਖੀ ਨੇ ਆਪਣਾ ਮੁਕਾਮ ਬਦਲ ਲਿਆ ਅੰਮ੍ਰਿਤਸਰ ਸਾਹਿਬ। ਅੰਮ੍ਰਿਤਸਰ ਤੋਂ ਸਿੱਖੀ ਨੇ ਆਪਣਾ ਮੁਕਾਮ ਬਦਲਿਆ ਕਰਤਾਰਪੁਰ। ਪਰ ਜਿੰਨੇ ਵੀ ਮੁਕਾਮ ਸਿੱਖੀ ਨੇ ਵਸਾਏ, ਸਾਰੇ ਅੱਜ ਤੱਕ ਆਬਾਦ ਨੇ, ਕੋਈ ਮੁਕਾਮ ਉਜੜਿਆ ਨਹੀਂ। ਉਹਨਾਂ ਮੁਕੱਦਸ ਥਾਵਾਂ ਦੇ ਉੱਪਰ ਅੱਜ ਵੀ ਹਜ਼ਾਰਾਂ ਲੋਕ ਸਿਰ ਝੁਕਾਉਂਦੇ ਨੇ। ਹਜ਼ਾਰਾਂ ਲੋਕ ਉਹਨਾਂ ਦੀ ਸਰਦਲਾਂ ਨੂੰ ਚੁੰਮ ਕੇ ਆਪਣੇ ਆਪ ਨੂੰ ਵਡਭਾਗਾ ਸਮਝਦੇ ਨੇ। ਸਿੱਖੀ ਦੀ ਇਹ ਸਪਿਰਿਟ ਹੈ, ਜਿਵੇਂ ਸਾਵਣ ਦੀ ਘਟਾ ਵਰਸਦੀ ਵਰਤੀ ਜਿਹੜੇ ਪਾਸਿਓਂ ਲੰਘ ਜਾਵੇ ਉਹਨੂੰ ਜਲ ਥਲ ਕਰ ਜਾਂਦੀ ਹੈ। ਸਿੱਖੀ ਦਾ ਪਰਚਮ ਜਿਹੜੀਆਂ ਥਾਵਾਂ ਤੇ ਕੁਝ ਸਮਾਂ ਠਹਿਰ ਜਾਂਦਾ, ਉਹ ਥਾਵਾਂ ਆਬਾਦ ਹੋ ਜਾਂਦੀਆਂ ਨੇ। ਕਰਤਾਰਪੁਰ ਤੋਂ ਮਹਾਰਾਜ ਕੀਰਤਪੁਰ ਆਬਾਦ ਕੀਤਾ ਮਹਾਰਾਜ ਜੀ ਨੇ। ਕੀਰਤਪੁਰ ਤੋਂ ਬਾਅਦ ਬਕਾਲੇ ਵਿੱਚ ਗਏ, ਬਕਾਲੇ ਤੋਂ ਫਿਰ ਪਟਨੇ ਤੋਂ ਫਿਰ ਆਨੰਦਪੁਰ ਸਾਹਿਬ ਆ ਕੇ ਵਸਿਆ। ਕੋਈ ਇੱਕ ਮੁਕਾਮ ਦੇਖੋ ਜਦੋਂ ਸਿੱਖੀ ਠਹਿਰੀ ਹੋਵੇ। ਆਪ ਨਗਰ ਵਸਾ ਕੇ ਆਪ ਉਹਦੇ ਵਿੱਚ ਵਸ ਕੇ ਮਹਾਰਾਜ ਬੜੇ ਆਰਾਮ ਨਾਲ ਚਲੇ ਜਾਂਦੇ ਰਹੇ। ਆਪਣੇ ਪਹਿਲੇ ਹੋਏ ਵਸਾਏ ਹੋਏ ਨਗਰ ਵੀ ਮਹਾਰਾਜ ਨੇ ਛੱਡੇ ਨੇ, ਭਾਵੇਂ ਉਹਨਾਂ ਦੇ ਹਾਲਾਤਾਂ ਵਿੱਚ ਥੋੜਾ ਜਿਹਾ ਫਰਕ ਹੋਵੇ, ਪਰ ਗੁਰੂ ਸੁਰਤ ਤਾਂ ਇੱਕੋ ਹੀ ਹੈ ਨਾ। ਹੁਣ ਜਦੋਂ ਆਨੰਦਪੁਰ ਸਾਹਿਬ ਤੇ ਇਹ ਘੜੀ ਬਣੀ ਹੈ, ਅਸੀਂ ਇਹਨੂੰ ਜਿਹੜਾ ਸਾਡਾ ਇਨਸਾਨੀ ਮਨ ਹੈ ਨਾ, ਜਿਹੜਾ ਮਨੁੱਖੀ ਮਨ ਹੈ ਸਾਡਾ, ਜਿਹਦੇ ਵਿੱਚ ਬੰਦਗੀ ਦਾ ਜ਼ੋਰ ਨਹੀਂ ਹੈਗਾ, ਜਿਹਦੇ ਵਿੱਚ ਗੁਰੂ ਸੁਰਤ ਦੀ ਬੜੀ ਬਰੀਕ ਸਮਝ ਨਹੀਂ ਹੈਗੀ, ਉਹ ਵਾਲਾ ਮਨ ਕਹਿਣ ਲੱਗ ਪਿਆ ਵੀ ਅੱਜ ਦਾ ਦਿਨ ਨਾ ਬੜਾ ਭਾਵੁਕ ਸੀ। ਇਹੀ ਗੁਰੂ ਸੁਰਤ ਨੇ ਅੱਗੇ ਸਿੱਖੀ ਦੇ ਕਈ ਮੁਕਾਮ ਬਣਾ ਕੇ ਛੱਡੇ ਨੇ ਤੇ ਨਵੇਂ ਥਾਂ ਜਾ ਕੇ ਆਬਾਦ ਕੀਤਾ ਹੈ ਸੰਸਾਰ ਨੂੰ। ਨਵੇਂ ਥਾਵਾਂ ਤੇ ਜਾ ਕੇ ਆਬਾਦ ਕੀਤਾ। ਉਹੀ ਗੁਰੂ ਸੁਰਤ ਅੱਜ ਆਨੰਦਪੁਰ ਸਾਹਿਬ ਨੂੰ ਛੱਡਣ ਦਾ ਪ੍ਰਣ ਕਰਨ ਲੱਗੀ। ਇਸ ਕਰਕੇ ਆਨੰਦਪੁਰ ਸਾਹਿਬ ਨੂੰ ਛੱਡਣਾ ਸਾਡੇ ਇਨਸਾਨੀ ਮਨ ਵਿੱਚ ਅਸੀਂ ਹੌਕੇ ਭਰ ਸਕਦੇ ਹਾਂ ਵੀ ਗੁਰੂ ਸਾਹਿਬ ਨੂੰ ਆਨੰਦਪੁਰ ਸਾਹਿਬ ਛੱਡਣਾ ਪਿਆ। ਉਹ ਵੀ ਚੰਗੇ ਹਨ ਕਿਉਂਕਿ ਆਪਾਂ ਸਿੱਖ ਹਾਂ, ਸਾਡੀ ਸੁਰਤ ਕਈ ਵਾਰੀ ਗੁਰੂ ਦੇ ਪਾਏਦਾਰ ਨਹੀਂ ਹੋ ਸਕਦੀ, ਪਰ ਸਾਨੂੰ ਇੰਨਾ ਸਮਝ ਲੈਣਾ ਚਾਹੀਦਾ ਕਿ ਗੁਰੂ ਇੱਥੇ ਜਾ ਕੇ ਵੀ ਅਡੋਲ ਵਿਚਰਦਾ।
क्योंकि जे गुरु का अपना मन डोलायमान होएगा तो खालसे की रहनुमाई कौन करेगा। गुरु गोबिंद सिंह साहब महाराज जी ने आनंदपुर नगर की सिमरती नूं अपने मन अंदर ताज़ा किया। जिन्हों ने इतिहास पढ़िया उन्होंने पता होएगा कि जदों महाराज पटने महाराज जी का भावें प्रकाश होया, पर जदों महाराज 2-4 सालों के होए ना, तो महाराज जी ने इत्थे बचपन के हिसाब नाल आपां कह सकते हैं कि जिद करनी शुरू कर दी कि आपां आनंदपुर साहब जाना है, पटने नहीं रहना। ये भी साखियां इतिहास मिलदियां ने। अज कई बारी सानूं थोड़ा बदलवा रूप दिखाया जाता है। गुरु गोबिंद सिंह साहब महाराज जी ने इन्नी जिद की कि मैं पटने नहीं रहना, मैं आनंदपुर साहब जाना। मेरे दादा गुरु की वसाई हुई नगरी है, क्योंकि कीरतपुर साहब के नाले वसी सी ना ये नगरी। 6वें पातशाह के वेले तो 7वें पातशाह 8वें पातशाह 9वें पातशाह सारे उत्थे रहे। इस करके कह लगे आनंदपुर साहब जो महाराज आए तो अज महाराज ने इस नगरी नूं छड्डना। हुण इहदे विचलियां जिहड़ियां 2-4 रमजां ने वो बुझ लैणियां चाहीदियां सानूं। असीं बुझणीआं, कल्ला इतिहास थोड़ा अर्ज करना आपां। वो रमजां की हन? गुरु गोबिंद सिंह साहब महाराज जी ने एक पासे अपनी बाणी च जिक्र किया है, मैं हो परम पुरखो को दासा देखन आयो जगत तमाशा। भी मैं तमाशा देखना है। तो तमाशे देखने का मतलब की है कि मेरी अखां सामने चल रहा, मैं कल्ला देख रहा हाँ। असी बाजीगर का तमाशा देखते हाँ, बाजीगर जिहड़ी चीज़ का तमाशा दिखा रहा होवे उहनूं कट वड्ड देवे, गैब कर दे, आपां प्रभावित थोड़ा हुंदे आ, थोड़ा जिहा हैरान होईदा, सानूं पता है तमाशा चल रहा। जदों महाराज ने कहा देखन आयो जगत तमाशा, तो इहदी वड्डी रमज ये है कि जिन्हों आपां कहने आ बड़ा भयंकर है, जिन्हों आखदे आ कि ये अणहोणी है, असावी है, असंभव है, ये सारा कुछ गुरु की सुरत विच पहलां ही वापर चुका है। गुरु के जीवन का जिहड़ा खेल धरती ते चलना, जिहड़ा अज इतिहास ने बुझना भी की वापरेगा, गुरु की सुरत दे विच सारा कुछ पहलां ही वापर चुका है। गुरु इस सारे तमाशे की खेड नूं पहलां ही जानदा है। एक गल। दूजा, गुरु की जिहड़ी सुरत है, क्योंकि गुरु की कमाल ही ये है गुरु का कि वह भाणे का मालक आप हुंदा, जो उन्हें वरताउणा उहदा मालक वो आप है, पर भाणे दे विच आप उतर जाता है। आनंदपुर साहब नगर छड्डने ने, 14 जंगां लड़नियां ने, पुत्र वारने ने, माता वारनी, पिता वारना, इस गल का मालक गुरु गोबिंद सिंह आप है। पर उसकी कमाल है कि अपनी रची खेड विच आप उतर, जिन्हों आसा दी वार च रोजाना पढ़ते हाँ, आप पीने आप साजियो, आप पीने रचियो नाओ, दुई कुदरत साजी है कर आसन डिठो चाओ। भाणे का मालक हो के भाणे की खेड वरता के भाणे विच आप उतरदा है, तो ऐसा खेल करदा कि पूरा हो निबड़दा। इस करके गुरु गोबिंद सिंह साहब महाराज जी की सुरत के अंदर ये जिहड़ा खेल है सारा वापर चुका है। उस तो अगली गल, आनंदपुर साहब नगर की सिमरती जो गुरु गोबिंद सिंह साहब के मन अंदर है। लोग विदेशों चले जाते हैं, PR सिटीजन हो जाते हैं, उत्थों दीयां वड्डियां वड्डियां अहुदेदारियां भी पा लेंदे ने, वड्डे वड्डे कारोबार स्थापित कर लेंदे ने, तां भी 6 महीनों बाद गाना सुन ही लेंदे ने जी यह पंजाब जाण नूं बड़ा जी करदा है। आनंदपुर साहब नगर गुरु गोबिंद सिंह साहब महाराज जी की रूह अंदर क्यों वसिया होया? जदों महाराज ने निर्णय कर लिया, महाराज नूं पता है, ये तो आपां कहण लग पे ना कि महाराज भी नगरी कहण लग पई भी महाराज मुड़ के आओगे कि नहीं आओगे। वो तो पंजाबी कल्चर ने गीत पैदा कर ले ना, गुरु ने तो इहो जिहा गीत कोई पैदा किया ही नहीं। वो तो पंजाबी कल्चर कहण लग पिया ना भी आनंदपुर साहब नगरी धाहां मारदी होएगी। जिहड़ी नगरी क्यों धाहां मारेगी? उस नगरी नूं महाराज ने जो कुछ दिता वो दुनिया की किसी होर नगरी के हिस्से नहीं आया। जिहड़ी धरती ते महाराज उहदा खालसा विचरदा वो धरती शुकराने च हुंदी है। क्यों? उस धरती नूं पता है कि मैं हुण पूजनीक हो गई हाँ, मैं हुण पूजन योग बन गई हाँ। आनंदपुर साहब जदों महाराज ने छड्ड दिता, की आनंदपुर साहब च रौनकां घट गईयां? की आनंदपुर साहब दे विच खालसे दा जलाओ घट गया? की उत्थे गुरु की याद नूं चितारना थुड़ गया? सब कुछ बेअंत चल रहा अजे तक। गुरु गोबिंद सिंह साहब महाराज जी की सिमरती की है? ये नगरी गुरु गोबिंद सिंह साहब महाराज जी की रूह अंदर क्यों वसी है? नगरियां तो हज़ारां ने,
ਨਗਰੀਆਂ ਕਿਉਂ ਵਸੀ ਦਾ ਕਾਰਨ ਹੈ, ਇਸ ਨਗਰੀ ਦੀ ਨੀਂਹ ਉਹਨਾਂ ਦੇ ਪਿਤਾ ਬੰਦਗੀ ਦੀ ਮੂਰਤ, ਗਿਆਨ ਵੈਰਾਗ ਪਰਉਪਕਾਰ ਦੀ ਮੂਰਤ, ਧਰਮ ਦੀ ਚਾਦਰ ਦੀਨ ਦੇ ਰੱਖਿਅਕ ਨੌਵੇਂ ਪਾਤਸ਼ਾਹ ਜੀ ਨੇ ਰਖਵਾਈ ਸੀ। ਇਸ ਨਗਰ ਦੀ ਨੀਂਹ ਬਕਾਲੇ ਦੇ ਵਿੱਚ ਜਿਹੜੀ ਬਣੀ ਹੋਈ ਬੰਦਗੀ ਹੈ ਨੌਵੇਂ ਪਾਤਸ਼ਾਹ ਦੀ, ਉਸ ਬੰਦਗੀ ਨੇ ਇਸ ਨਗਰ ਦੀ ਮੋਹੜੀ ਗੱਡੀ ਆ ਕੇ, ਇਸ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਆਨੰਦਪੁਰ ਸਾਹਿਬ ਦੀ ਨਗਰੀ ਕੋਈ ਪਹਾੜੀ ਤੇ ਵਸਿਆ ਹੋਇਆ ਭੂਮੀ ਦਾ ਟੁਕੜਾ ਨਹੀਂ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਇਹ ਨਗਰੀ ਆਪਣੇ ਪਿਤਾ ਦੀ ਬੰਦਗੀ ਦਾ ਥੜਾ ਲੱਗਦੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਨੰਦਪੁਰ ਸਾਹਿਬ ਨਗਰੀ ਆਪਣੇ ਪਿਤਾ ਦੀ ਬੰਦਗੀ ਦਾ ਥੜਾ ਲੱਗਦੀ ਹੈ। ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਇਹ ਨਗਰੀ ਕੀ ਲੱਗਦੀ ਹੈ? ਜਦੋਂ ਮਹਾਰਾਜ ਜ਼ਿਕਰ ਮਿਲਦਾ ਹੈ, ਇਹ ਬੜਾ ਕਮਾਲ ਦਾ ਜ਼ਿਕਰ ਹੈ ਕਿ ਮਹਾਰਾਜ ਨੇ ਇੱਕ ਪਾਸੇ ਖਾਲਸਾ ਤਿਆਰੀ ਕਰ ਰਿਹਾ, ਕੋਈ ਘੋੜੇ ਦੀਆਂ ਜੀਨ ਕਾਠੀਆਂ ਕੱਸ ਰਿਹਾ ਹੈ, ਕੋਈ ਤੀਰਾਂ ਦੇ ਪੱਥੇ ਭਰ ਰਿਹਾ ਹੈ, ਕੋਈ ਜਿਹੜਾ ਗੱਡਿਆਂ ਦੇ ਵਿੱਚ ਸਮਾਨ ਲੱਦ ਰਿਹਾ ਜ਼ਰੂਰੀ, ਕੋਈ ਤੰਬੂਆਂ ਦਾ ਪ੍ਰਬੰਧ ਕਰ ਰਿਹਾ ਹੈ। ਸਾਰੇ ਆਪੋ ਆਪਣੇ ਆਰ 'ਚ ਲੱਗੇ ਨੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਨਾਲ ਇਕੱਲੇ ਭਾਈ ਦਇਆ ਸਿੰਘ ਨੇ। ਇਹ 5 ਪੋਹ ਦੀ ਬਾਅਦ ਦੁਪਹਿਰ ਦੀ ਗੱਲ ਮੰਨ ਕੇ ਚੱਲੋ ਇਹਨੂੰ, ਕਿਉਂਕਿ ਅੱਜ 6 ਪੋਹ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਨਾਲ ਇਕੱਲੇ ਭਾਈ ਦਇਆ ਸਿੰਘ ਨੇ, ਬਾਕੀ ਸਾਰੇ ਆਪੋ ਆਪਣੇ ਆਰਾਂ ਵਿੱਚ ਲੱਗੇ ਹੋਏ ਨੇ। 10ਵੇਂ ਪਾਤਸ਼ਾਹ ਮਹਾਰਾਜ ਚੱਲ ਕੇ ਕੇਸਗੜ੍ਹ ਤੋਂ ਇਧਰਲੀ ਤਰਫ ਮਹਾਰਾਜ ਨੇ ਕਿਹਾ ਕਿ ਭਾਈ ਦਇਆ ਸਿੰਘ ਜੀ, ਆਪਾਂ ਨੇ ਇੱਕ ਨਗਰ ਦਾ ਗੇੜਾ ਕੱਢ ਆਈਏ, ਨਗਰ ਨੂੰ ਨਿਹਾਰ ਆਈਏ। ਭਾਈ ਦਇਆ ਸਿੰਘ ਬ੍ਰਹਮ ਗਿਆਨੀ ਸੁਰਤ ਸੀ, ਸਾਰੀ ਗੱਲ ਜਾਣਦੇ ਸਨ। ਐਵੇਂ ਨਹੀਂ ਮਹਾਰਾਜ ਨੇ ਆਖਰੀ ਸਮੇਂ ਤੱਕ ਨਾਲ ਰੱਖੇ। ਚੱਲੇ ਨੇ ਮਹਾਰਾਜ, ਜਦੋਂ ਨਗਰ ਦੇ ਵਿੱਚੋਂ ਨਿਕਲੇ ਤੇ ਇੱਕ ਚੌੜੀ ਕੰਧ ਸੀ, ਮਹਾਰਾਜ ਉਹਦੇ ਨਾਲ ਆਪਣਾ ਹੱਥ ਛੁਹਾਉਂਦੇ ਜਾਣ। ਭਾਈ ਦਇਆ ਸਿੰਘ ਮਹਾਰਾਜ ਨੂੰ ਦੇਖਦਾ ਗਿਆ, ਇੱਕ ਜਗ੍ਹਾ ਜਾ ਕੇ ਮਹਾਰਾਜ ਰੁਕ ਗਏ। ਮਹਾਰਾਜ ਕਿੰਨਾ ਸਮਾਂ ਅਕਾਲ ਪੁਰਖ ਦੇ ਧਿਆਨ ਵਿੱਚ ਰਹੇ। ਥੋੜਾ ਅੱਗੇ ਚਲੇ ਗਏ, ਕੰਧਾਂ ਨੂੰ ਮਹਾਰਾਜ ਨਿਹਾਰਦੇ ਜਾਣ, ਗਲੀਆਂ ਨੂੰ ਬੜੇ ਗੌਰ ਨਾਲ ਦੇਖ ਰਹੇ ਨੇ। ਗਲੀਆਂ ਦੇ ਅੰਦਰ ਸੁੰਨਸਾਨ ਹੈ, ਪੋਹ ਦੀ ਸਰਦੀ ਹੈ, ਕੱਕਰ ਨੇ, ਹਲਕੀ ਵਰਖਾ ਨੇ ਸਭ ਨੂੰ ਅੰਦਰ ਹੀ ਦਬਕਾਇਆ ਹੋਇਆ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਾ ਰਹੇ ਨੇ, ਇੱਕ ਜਗ੍ਹਾ ਮਹਾਰਾਜ ਰੁਕੇ ਤੇ ਗੁਰੂ ਭਾਈ ਦਇਆ ਸਿੰਘ ਕਹਿਣ ਲੱਗੇ, ਮਹਾਰਾਜ ਕਿਸ ਗੱਲ ਦੀ ਸਿਮਰਤੀ ਵਿੱਚ ਹੋ? ਮਹਾਰਾਜ ਕਹਿਣ ਲੱਗੇ, ਨੌਵੇਂ ਪਾਤਸ਼ਾਹ ਨੇ ਨਾ ਸਾਨੂੰ ਇਹ ਧਰਤੀ ਬਖਸ਼ੀ। ਇਸ ਧਰਤੀ 'ਚ ਜਿੱਦਣ ਪਟਨੇ ਤੋਂ ਚੱਲ ਕੇ ਪਹਿਲੀ ਵਾਰੀ ਆਏ ਸਨ ਤੇ ਸਾਡੇ ਪਿਤਾ ਦੀ ਬੰਦਗੀ ਦੇ ਵਿੱਚੋਂ ਇਸ ਧਰਤੀ ਦੀਆਂ ਗਲੀਆਂ ਦੇ ਵਿੱਚ ਇਤਰ ਫੁਲੇਲ ਇੰਨੇ ਛਿੜਕੇ ਸਨ ਕਿ ਇਹ ਗਲੀਆਂ ਮਹਿਕਦੀਆਂ ਹੋਈਆਂ ਨਜ਼ਰ ਆਉਂਦੀਆਂ ਸਨ। ਤੇ ਜਿੱਧਰ ਨਜ਼ਰ ਮਾਰਦੇ ਸਾਂ, ਚੌਂਕਾਂ ਵਿੱਚ, ਦਰਵਾਜ਼ਿਆਂ ਵਿੱਚ, ਮਮਟੀਆਂ ਵਿੱਚ, ਛੱਤਾਂ ਦੇ ਬਨੇਰਿਆਂ ਉੱਪਰ ਚੜੇ ਹੋਏ ਲੋਕ ਫੁੱਲਾਂ ਦੀ ਵਰਖਾ ਕਰਦੇ ਸਾਡੇ ਪਿਤਾ ਦੀ ਜੈ ਜੈਕਾਰ ਦਾ ਸਵਾਗਤ ਕਰ ਰਹੇ ਸਨ। ਮੈਂ ਇਸ ਧਰਤੀ ਨੂੰ ਵਡਭਾਗੀ ਸਮਝਦਾ ਕਿ ਇਸ ਧਰਤੀ ਨੇ ਮੈਨੂੰ ਇੰਨੇ ਸਵਾਗਤ ਦਿੱਤੇ। ਇਸ ਧਰਤੀ ਦੇ ਜਦੋਂ ਮੈਂ ਆਮਦ ਕਰਦਾ ਸਾਂ, 2 ਮਹੀਨੇ ਬਾਅਦ ਸ਼ਿਕਾਰ ਖੇਡ ਕੇ ਸ਼ਾਮੀ ਪਰਤਦਾ ਸਾਂ, ਇਹ ਧਰਤੀ ਦੇ ਵਿੱਚੋਂ ਮੈਨੂੰ ਫੁੱਲਾਂ ਦੀ ਮਹਿਕ ਜਿਹੜੀ ਸੀ ਵਰਖਦੀ ਹੋਈ ਦਿਖਾਈ ਦਿੰਦੀ ਸੀ। ਇਹਦੇ ਵਿੱਚੋਂ ਮੈਨੂੰ ਖਾਲਸੇ ਦੇ ਜੈਕਾਰੇ ਸੁਣਾਈ ਦਿੰਦੇ ਸੀ, ਇਹਦੇ ਵਿੱਚ ਨੌਵੇਂ ਪਾਤਸ਼ਾਹ ਦੀ ਜੈਕਾਰ ਸੁਣਾਈ ਦਿੰਦੀ ਸੀ। ਮੈਂ ਧਰਤੀ ਦੀ ਸਿਮਰਤੀ ਨੂੰ ਯਾਦ ਕਰ ਰਿਹਾ। 10ਵੇਂ ਪਾਤਸ਼ਾਹ ਕਹਿੰਦੇ ਮਹਾਰਾਜ ਅੱਗੇ ਚਲੇ ਗਏ। ਮਹਾਰਾਜ ਨੇ ਉੱਥੇ ਇੱਕ ਜਿਹੜਾ ਜੰਗੀ ਅਖਾੜਾ ਬਣਿਆ ਹੋਇਆ ਸੀ। ਮਹਾਰਾਜ, ਕਿਉਂਕਿ ਜਿੱਥੇ ਸੂਰਮਿਆਂ ਨੇ ਰੋਜ਼ ਅਭਿਆਸ ਕਰਨਾ ਹੈ, ਅੰਦਰ ਦੀ ਗੱਲ ਹੈ। ਮਹਾਰਾਜ ਉੱਥੇ ਗਏ ਤੇ ਮਹਾਰਾਜ ਨੇ ਨਾ ਆਪਣੀ ਤਲਵਾਰ ਭਾਈ ਦਇਆ ਸਿੰਘ ਨੂੰ ਫੜਾਈ। ਮਹਾਰਾਜ ਨੇ, ਇਹ ਸਾਰੀਆਂ ਬੜੀਆਂ ਚੋਜਾਂ ਨੇ ਸਮਝਣ ਵਾਲੀਆਂ। ਕੀ ਗੱਲ ਕੀ ਇਹਦੇ ਮਗਰ? ਮਹਾਰਾਜ ਨੇ ਉਸ ਸ਼ਸਤਰਾਂ ਦੇ ਅਖਾੜੇ ਨੂੰ ਨਮਸਕਾਰ ਕੀਤੀ। ਇਹਨੂੰ ਸਿੱਧੇ ਸ਼ਬਦਾਂ 'ਚ ਕਹਿਣਾ ਹੋਵੇ ਨਾ, ਅੱਜ ਜਦੋਂ ਆਪ ਜੀ ਤਖਤ ਸਾਹਿਬ ਤੇ ਸਿਰ ਝੁਕਾਉਂਦੇ ਹੋ ਤੇ ਜਿਹੜਾ ਉੱਥੇ ਬੋਰਡ ਪਿੱਪਲ ਇੱਕ ਬਾਰ-ਬਾਰ ਲੱਗਾ ਹੋਇਆ, ਇਹ ਸਾਰਾ ਜਿਹੜਾ ਏਰੀਆ ਸੀ ਇਹ ਸ਼ਸਤਰਾਂ ਦਾ ਅਖਾੜਾ ਸੀ। ਮਹਾਰਾਜ ਸਾਹਮਣੇ ਬੈਠ ਕੇ ਰੋਜ਼ ਸਾਰੇ ਸਿੰਘਾਂ ਦੇ ਸ਼ਸਤਰਾਂ ਦਾ ਜਲਾਓ ਦੇਖਦੇ ਸਨ, ਆਪ ਖੇਡਦੇ ਸਨ। ਇਸ ਹੁਣ ਤਾਂ ਬਦਲ ਗਿਆ ਨਾ ਕਾਫੀ। ਮਹਾਰਾਜ ਨੇ ਆ ਕੇ ਉਸ ਅਖਾੜੇ ਨੂੰ ਨਮਸਕਾਰ ਕੀਤੀ। ਮਹਾਰਾਜ ਨਮਸਕਾਰ ਦਾ ਮਤਲਬ ਉਸ ਭੂਮੀ ਨੂੰ ਮੱਥਾ ਟੇਕਿਆ। ਭਾਈ ਦਇਆ ਸਿੰਘ ਨੇ ਵੀ ਟੇਕਿਆ ਮਗਰੇ। ਫਿਰ ਮਹਾਰਾਜ ਨੂੰ ਕਹਿਣ ਲੱਗੇ, ਮਹਾਰਾਜ ਮੱਥਾ ਟੇਕ ਰਹੇ ਹੋ। 10ਵੇਂ ਪਾਤਸ਼ਾਹ ਮਹਾਰਾਜ ਨੇ ਕਿਹਾ ਕਿ ਦੁਨੀਆ ਦੇ ਵਿੱਚ ਲੱਖਾਂ ਪੈਗੰਬਰਾਂ ਨੇ ਆਪਣੇ ਮੁਰੀਦਾਂ ਹੱਥਰ ਸ਼ਸਤਰ ਪਕੜਾਏ, ਬੜੇ ਧਰਮ ਦੇ ਪੈਗੰਬਰਾਂ ਨੇ ਸ਼ਸਤਰ ਪਕੜਾਏ ਨੇ,
पर किसी के शस्त्र विच इन्नी करामात नहीं सी कि वह धरती का जुल्मों अंधकार मेट देण। इक्को खालसे की भगौती के अंदर इन्नी शक्ति है कि जदों तक खालसा इस धरती ते जीवित है उदों तक इहदी भगौती दुश्मन नूं कट्टदी रहेगी। तो ये अखाड़ा वो अखाड़ा है ਜਿਹੜੇ अखाड़े विचों शस्त्रां दा अभ्यास करते हुए सिंह निकले तो सवा लख के आहू लाउण वाले बन गए। इस करके इस धरती ने एडे एडे वड्डे सूरबीरां नूं, शस्त्रधारियां नूं, तीर अंदाजां नूं, बंदूकबाजां नूं, घोड़सवारां नूं जन्म दिता। इस अखाड़े नूं नमस्कार करनी योग है। बाद विच महाराज अपने तोपखाने असलेखाने वल गए। महाराज दे नाल भाई दया सिंह। महाराज ने देखा निहंगण तोप पई हुई है। महाराज नूं याद आया कि जदों महाराज ने लोहगढ़ का किला बनाया ना, तो भाई उदय सिंह कहण लगे, भाई मनी सिंह दे पुत्तर, महाराज जिहड़े किले आ ना ये तोपां नाल भरे हुंदे ने। महाराज कहण लगे हाँ बिल्कुल। महाराज ने उदय सिंह ते भाई बचित्तर सिंह नूं कहा सी कि एक इहो जी तोप तैयार कराओ जिहड़ी एक किले दे विच एक ही बड़ी होवे, बहुतियां दी लोड़ ही नहीं। निहंगण तोप महाराज जी ने अपनी नज़र हेठ तैयार करवाई सी, बड़ी भारी तोप सी। उस तोप नूं महाराज ने चंगी तरह निहारिया, देखिया महाराज ने किवें इस तोप दे विच बरूद भर के पलीता मिल के तोड़ा धुखाया जांदा सी ते इहदे गूंजदे होए जिहड़े गोले सन दुश्मनां दे दलां नूं चीथड़ियां वांग उड़ा दिंदे सन। अज इस तोप विच भरन लई बरूद नहीं हैगा। लागे महाराज ने देखी दूजी तोप बागन, तीजी तोप महाराज ने देखी बिज कोख, चौथी देखी महाराज ने शत्रुजीत, पंजवीं देखी महाराज ने काली जी का नाम सी, एक तोप जी का नाम रणविजय भी, 5 तोपां कोई 6 भी कहते हैं। सारियां महाराज ने निहारियां तो महाराज नूं पता। हुण जे आपां ये गल कहंदे भी महाराज नूं ना पता हुंदा ते महाराज कहंदे भी नाल लै जाओ लद लो इन्हां तोपां नूं। महाराज ने तो लद्दियां ही नहीं तोपां ये ਜਿਹੜੇ। इस करके गुरु की सुरत विच सारा कुछ पहला वापर चुका है, तां करके गुरु डोलदा नहीं, तां करके गुरु बड़े आराम नाल तुरिया जांदा है। जिवें इहनूं सिद्धे शब्दां 'च कहना होवे, असीं किसी बंदे कोलों गल सुननी होवे, वो सानूं पहलां ही पता होवे उहदे झूठ दा, जो उहने झूठ मारना है, तो जदों वो साडे सामने आ के वो झूठ मारे तो आपां हੱਸ रहे हुंदे, सानूं पता हुंदा भी गल असली की है। गुरु नूं तां पता है कि सारी कला की वापरनी है। इस करके गुरु लिए ये गल्लां उवें नहीं हैं। भाई दया सिंह कहण लगे, महाराज निहंगण तोप बड़ा चिर हो गया चलाई नहीं। महाराज कहण लगे, भाई दया सिंह ये जिहड़ियां तोपां ना ये हुक्म विच ही चलदियां ने, हुक्म तो बिना नहीं चला सकदे। भाई दया सिंह कहण लगे, महाराज फिर हुण इन्हां दे चलण दा कोई हुक्म नहीं। महाराज कहण लगे, नहीं हुण कोई हुक्म नहीं इन्हां दे चलण दा। महाराज कहण लगे, इन्हां तोपां दे हिस्से वखरे करके इन्हां नूं चंगी तरह जला दिओ, बाकी डुबो दिओ। महाराज ने डुबा दित्तियां कह के, उस कई कहंदे दबा भी दित्तियां, कई डुबो दित्तियां भी कहंदे ने। वो तोपां जिहड़ी महाराज ने बड़ी रूह नाल तैयार करवाईयां। बाद दे विच महाराज ने आनंदपुर साहब नगर दे बाहरले दरवाजे ते आ गए। महाराज उस दरवाजे ते आके महाराज खड़ गए तो किन्ना समा महाराज दरवाजे नूं निहारदे रहे। गुरु क्यों उस धरती नूं याद करदा, गुरु दी उस धरती गुरु क्यों कर रहा? गुरु नूं पता इस धरती ते अकाल पुरख दी बड़ी रहमत वरसी। श्री असकेत जी ने अपना बड़ा करम वरसाया इस धरती ते। महाराज ने दरवाजे नूं उच्चा देखिया। भाई दया सिंह ने फिर क्या, महाराज इस दरवाजे नूं फिर तक रहे हो। महाराज कहण लगे, भाई दया सिंह दी इस धरती ते तुसीं शहीदियां दा जिक्र करदे हो ना, तुहानूं पता इत्थे जिहड़ी शहीदी है, इत्थे पहली रत किहड़ी डुल्ली शहीदी दी? शहीदी दी पहली रत किहड़ी डुल्ली इस धरती ते? भाई दया सिंह कहण लगे, महाराज मैनूं ज्ञात है। कहण लगे, इस धरती ने सब तो पहलां जे शहीदी रत दीआं बूंदां अपनी हिक विच समाईआं ते वो 9वें पातशाह दा शहीदी सीस सी जदों भाई जैता जी दिल्ली तो लैके आए 1675 विच महाराज की शहादत है। उदों तो महाराज ने कोई जंग लड़ी नहीं सी, अजे पौने 9 साल की मात्र उम्र सी। 10वें पातशाह कहण लगे, आ दरवाजा सी जिहदे विच खलो के असीं उडीक कीती सी अपने पिता दे सीस दी,
ਤੇ ਦਿੱਲੀ ਤੋਂ ਧਰਮ ਦੀ ਰੱਖਿਆ ਦੇ ਲਈ ਜੂਝਦੇ ਸਾਡੇ ਪਿਤਾ ਦਾ ਸੀਸ ਇੱਥੇ ਆ ਕੇ ਅਸੀਂ ਜਿਹੜਾ ਸੀ ਆਪਣੇ ਮੁਬਾਰਕ ਹੱਥਾਂ ਦੇ ਨਾਲ ਉਸ ਸੀਸ ਨੂੰ ਦੇਖਿਆ ਤੇ ਅਦਬ ਕੀਤਾ ਸੀ। ਤੇ ਉਸ ਸ਼ਹੀਦਾਂ ਦੇ ਪਾਕ ਰਤ ਦੇ ਵਿੱਚੋਂ ਹੀ ਫਿਰ ਖਾਲਸਾ ਨਿਕਲਿਆ। ਮੈਂ ਇਸ ਦਰਵਾਜ਼ੇ ਨੂੰ 10ਵੇਂ ਪਾਤਸ਼ਾਹ ਕਹਿੰਦੇ ਤਾਂ ਦੇਖ ਰਿਹਾ ਹਾਂ ਕਿ ਇਸ ਥਾਂ ਤੇ ਪਹਿਲਾਂ ਸ਼ਹੀਦੀਆਂ ਦੀ ਰਤ ਡੁੱਲੀ 9ਵੇਂ ਪਾਤਸ਼ਾਹ ਦੀ, ਤੇ ਉਹਦੇ ਤੋਂ ਮਗਰੋਂ ਇੰਨੀਆਂ ਸ਼ਹੀਦੀਆਂ ਹੋਈਆਂ ਕਿ ਉਹਨਾਂ ਸ਼ਹੀਦੀਆਂ ਦਾ ਅੰਤ ਹੀ ਕੋਈ ਨਹੀਂ। 5ਵੇਂ ਪਾਤਸ਼ਾਹ ਨੂੰ ਸ਼ਹੀਦਾਂ ਦਾ ਸਰਤਾਜ ਕਹਿੰਦੇ ਆ ਨਾ, ਤੇ 5ਵੇਂ ਪਾਤਸ਼ਾਹ ਦੇ ਹੀ ਪੁੱਤਰੇ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਉਹਨਾਂ ਦੇ ਪੁੱਤਰੇ ਨੇ। 6ਵੇਂ ਪਾਤਸ਼ਾਹ ਉਹਨਾਂ ਦੇ ਪੁੱਤਰ ਨੇ, ਤੇ 6ਵੇਂ ਪਾਤਸ਼ਾਹ ਦੀ ਸੰਤਾਨ 9ਵੇਂ ਪਾਤਸ਼ਾਹ ਨੇ ਸਭ ਤੋਂ ਛੋਟੀ ਸੰਤਾਨ। ਕਹਿਣ ਲੱਗੇ ਇਸ ਕਿਲੇ ਦੇ ਵਿੱਚ ਇਸ ਦਰਵਾਜ਼ੇ ਤੇ ਖਲੋ ਕੇ 9ਵੇਂ ਪਾਤਸ਼ਾਹ ਦੇ ਸੀਸ ਨੂੰ ਉਡੀਕਿਆ ਸੀ। ਬਾਅਦ ਦੇ ਵਿੱਚ ਮਹਾਰਾਜ ਨੇ ਸਾਰੀ ਨਗਰੀ ਤੇ, ਇਹ ਹੁਣ ਨਗਰੀ ਕਿੰਨੀ ਖਾਸ ਹੈ ਮਹਾਰਾਜ, ਰਣਜੀਤ ਨਗਾਰੇ ਇਸ ਧਰਤੀ ਤੋਂ ਗੂੰਜਦੇ ਸਨ। ਇਸ ਧਰਤੀ ਤੋਂ ਮਹਾਰਾਜ ਨੇ ਲੱਖਾਂ ਦੇ ਦਲਾਂ ਦੇ ਮੂੰਹ ਮੋੜੇ, ਖਾਲਸੇ ਦੀ ਸਾਜਨਾ ਕੀਤੀ। ਮਹਾਰਾਜ ਦੇ 3 ਵਿਆਹ ਇੱਥੇ ਸੰਪੰਨ ਹੋਏ, 4ਵੇਂ ਸਾਹਿਬਜ਼ਾਦਿਆਂ ਦਾ ਜਨਮ ਇੱਥੇ ਹੋਇਆ। ਏਡੀ ਏਡੀ ਇਸ ਨਗਰ ਦੀ ਸਿਮਰਤੀ ਨੂੰ ਸਾਰੀ ਨੂੰ ਮਹਾਰਾਜ ਨੇ ਯਾਦ ਕੀਤਾ, ਤੇ ਮਹਾਰਾਜ ਘੁੰਮਦੇ ਘੁਮਾਉਂਦੇ ਸ਼ਹੀਦਗੰਜ ਵਾਲੇ ਸਥਾਨ ਤੇ ਆ ਗਏ। ਮਹਾਰਾਜ ਆ ਕੇ ਮਹਾਰਾਜ ਖਲੋ ਗਏ। ਉਹਨਾਂ ਚਿਰ ਨੂੰ ਨਾਲ ਦੇ ਸਿੰਘਾਂ ਨੇ ਵੀ ਸਾਰਿਆਂ ਨੇ ਤਿਆਰੀ ਕਰ ਲਈ। ਨਾਲ ਦੀ ਤਿਆਰੀ ਕਰਕੇ ਮਹਾਰਾਜ ਦੇ ਆਲੇ ਦੁਆਲੇ ਆ ਕੇ ਸਾਰੇ ਜੁੜ ਕੇ ਬਹਿ ਗਏ। ਤੇ ਜ਼ਿਕਰ ਮਿਲਦਾ ਇੱਥੇ ਹੁਣ ਅਸੀਂ ਉਵੇਂ ਉਵੇਂ ਨਹੀਂ ਨਾ ਬਿਆਨ ਕਰਦੇ, ਸਾਡੀ ਬਿਆਨ ਕਰਨ ਦੀ ਥੋੜੀ ਕਾਹਲੀ ਹੋ ਗਈ ਸਾਨੂੰ ਇਸ ਗੱਲ ਦੀ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਕਹਿੰਦੇ ਕਿ ਇੱਥੇ ਜਪਜੀ ਸਾਹਿਬ ਦਾ ਇੱਕ ਪਾਠ ਕੀਤਾ, ਤੇ 9ਵੇਂ ਪਾਤਸ਼ਾਹ ਜੀ ਦੇ 2 ਸ਼ਲੋਕ ਪੜ੍ਹੇ ਬਲ ਹੋਆ ਵਾਲੇ, ਕਿਉਂਕਿ ਗੁਰੂ ਸਾਹਿਬ ਨੂੰ ਪਤਾ ਹੈ ਕਿ ਜਦੋਂ ਅਨੰਦਪੁਰ ਸਾਹਿਬ ਨਗਰ ਛੱਡ ਜਾਣਾ ਅੱਗੇ ਕੀ ਕੀ ਵਾਪਰਨਾ ਹੈ, ਤੇ ਉਹਨਾਂ ਨੇ ਆਪਣੇ ਆਪ ਨੂੰ ਉਸੇ ਆਧਾਰ ਨਾਲ ਜੋੜਿਆ। ਅਸੀਂ ਪੜ੍ਹਦੇ ਹਾਂ ਨਾ, ਜ਼ਿਕਰ ਬਲ ਹੋਆ ਬੰਧਨ ਛੁਟੇ ਸਭ ਕਿਛ ਹੋਤ ਪਾਏ, ਨਾਨਕ ਸਭ ਕਿਛ ਤੁਮਰੇ ਹਾਥ ਮੈਂ ਤੁਮ ਹੀ ਹੋਤ ਸਹਾਏ। ਮਹਾਰਾਜ ਨੇ ਸ਼ਲੋਕ ਪੜ੍ਹ ਕੇ ਅਰਦਾਸ ਕੀਤੀ। ਕਾਫੀ ਸਿੰਘ ਮਹਾਰਾਜ ਦੇ ਆਲੇ ਦੁਆਲੇ ਇਕੱਠੇ ਹੋ ਗਏ। ਸ਼ਾਮ ਦਾ ਵੇਲਾ ਹੋ ਚੁੱਕਾ ਸੀ। ਮਹਾਰਾਜ ਨੇ ਉੱਚੀ ਆਵਾਜ਼ ਦੇ ਵਿੱਚ ਕਿਹਾ ਕਿ ਸਾਡੇ ਖਾਲਸੇ ਦੇ ਵਿੱਚੋਂ ਕੋਈ ਹੈ ਜਿਹੜਾ 9ਵੇਂ ਪਾਤਸ਼ਾਹ ਦੇ ਇਸ ਸ਼ਹੀਦੀ ਅਸਥਾਨ ਦੀ ਸੰਭਾਲ ਕਰੇ। ਤੇ ਇੱਥੇ ਇੱਕ ਬੜਾ ਜ਼ਿਕਰ ਕਮਾਲ ਦਾ ਹੈ, ਇਹ ਆਪਾਂ ਹੁਣ ਉਹ ਸ਼ਬਦ ਕੱਢ ਦਿੱਤੇ ਨੇ। ਮਹਾਰਾਜ ਨੇ ਕਿਹਾ ਕਿ ਜਿਹੜਾ ਰੋਜ਼ ਇੱਥੇ ਝਾੜੂ ਦੇਵੇ ਤੇ ਦੀਵਾ ਜਗਾਵੇ। ਇਹ ਬਕਾਇਦਾ ਇਤਿਹਾਸ ਸਾਡੇ ਬਚਨ ਮਿਲਦੇ ਨੇ। ਮਹਾਰਾਜ ਨੇ ਕਿਹਾ ਕਿਉਂਕਿ ਉੱਥੇ ਭੀੜ ਤਾਂ ਰਹਿਣੀ ਨਹੀਂ ਸੀ, ਸਾਰਾ ਕੁਝ ਤਾਂ ਲਿਜਾਣਾ ਪੈਣਾ ਸੀ, ਕਿਉਂਕਿ ਵੈਰੀ ਦਾ ਕੀ ਭਰੋਸਾ ਨਗਰ ਦੇ ਨਾਲ ਬਾਅਦ 'ਚ ਕੀ ਕਰੇ। ਕੇਵਲ ਮਹਾਰਾਜ ਦਾ ਸਥਾਨ ਬਣਿਆ। ਮਹਾਰਾਜ ਨੇ ਕਿਹਾ ਰੋਜ਼ ਇੱਥੇ ਝਾੜੂ ਬੁਹਾਰੀ ਕਰੇ, ਫੁੱਲ ਅਰਪਣ ਕਰੇ ਤੇ ਦੀਵਾ ਜਗਾਵੇ ਰੋਜ਼, ਕਿਉਂਕਿ ਸ਼ਹੀਦ ਦੀ ਸਥਾਨ ਤੇ ਦੀਵਾ ਜਗਦਾ ਰਹਿਣਾ ਚਾਹੀਦਾ, ਉਹਦੇ ਜਿਉਂਦੇ ਹੋਣ ਦੀ ਨਿਸ਼ਾਨੀ। ਅੱਜ ਅਸੀਂ ਉਹਨੂੰ ਹੋਰ ਤਰ੍ਹਾਂ ਮੰਨਣ ਲੱਗ ਪਏ। ਗੁਰੂ ਸਾਹਿਬ ਜੀ ਨੇ ਕਹਿੰਦੇ 3 ਆਵਾਜ਼ਾਂ ਦਿੱਤੀਆਂ। ਬਾਅਦ ਦੇ ਵਿੱਚ ਇੱਕ ਗੁਰਬਖਸ਼ ਸਾਧੂ ਉਦਾਸੀ ਸੀ, ਉਹਨੇ ਆ ਕੇ ਮਹਾਰਾਜ ਦੇ ਹਜ਼ੂਰ ਬੰਦਨ ਕੀਤੀ ਤੇ ਹੱਥ ਜੋੜ ਕੇ ਕਹਿਣ ਲੱਗਾ, ਮਹਾਰਾਜ ਮੈਂ ਤੁਹਾਡਾ ਹੁਕਮ ਮੰਨਣ ਦੇ ਲਈ ਤਿਆਰ ਹਾਂ, ਪਰ ਮੇਰੇ ਮਨ 'ਚ ਇੱਕ ਖੌਫ ਹੈ। ਮਹਾਰਾਜ ਜਦੋਂ ਤੁਸੀਂ ਇਹ ਨਗਰ ਛੱਡ ਜਾਓਗੇ, ਪਹਾੜੀਏ ਇਹ ਤੁਰਕ ਜਿਹੜੇ ਹਨ ਇਹ ਮੈਨੂੰ ਬਖਸ਼ਣਗੇ ਨਹੀਂ। ਇਹ ਅਨੰਦਪੁਰ ਸਾਹਿਬ ਨਗਰ 'ਚ ਆ ਕੇ ਕੀ ਖਰੂਦ ਮਚਾਉਣਗੇ, ਪਤਾ ਨਹੀਂ ਇਸ ਗੱਲ ਦਾ। ਮਹਾਰਾਜ ਮੇਰਾ ਇਹ ਭਰਮ ਜਿਹੜਾ ਡਰ ਨਿਕਲ ਜਾਵੇ, ਮੈਂ ਇਸ ਥਾਨ ਦੀ ਸੇਵਾ ਲਈ ਤਿਆਰ ਹਾਂ। ਮਹਾਰਾਜ ਨੇ ਉਹਨੂੰ ਥਾਪੜਾ ਦਿੱਤਾ। ਮਹਾਰਾਜ ਕਹਿਣ ਲੱਗੇ ਤੇਰੇ ਨਾਲ ਇਹੋ ਜਿਹੀ ਕਲਾ ਵਰਤੇਗੀ, ਤੂੰ ਇੱਥੇ ਸਭ ਨੂੰ ਦੇਖੇਂਗਾ, ਤੈਨੂੰ ਨਹੀਂ ਦੇਖ ਸਕਣਗੇ। ਇੱਕ ਰਸ ਦਾ ਮਹਾਰਾਜ ਜੀ ਨੇ ਭਰਿਆ ਹੋਇਆ ਗੱਡਾ ਦਿੱਤਾ ਤੇ ਗੁਰਬਖਸ਼ ਸਾਧੂ ਉਦਾਸੀ ਨੂੰ ਮਹਾਰਾਜ ਨੇ ਵਰ ਦਿੱਤਾ। ਇਹ ਕੌਣ ਨੇ ਉਦਾਸੀ? ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸੁਪੁੱਤਰ ਹੋਏ ਬਾਬਾ ਸ੍ਰੀ ਚੰਦ ਜੀ। ਉਹਨਾਂ ਨੇ 6ਵੇਂ ਪਾਤਸ਼ਾਹ ਦੇ ਵੱਡੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਅਪਣਾਇਆ, ਉਦਾਸੀਆਂ ਦੇ ਚਿੰਨ੍ਹ ਦਿੱਤੇ ਉਦਾਸੀ ਪੰਥ ਦੇ। ਉਹਨਾਂ ਨੇ ਅੱਗੇ ਆਪਣੇ 4 ਧੂਣੇ ਸਾਪੇ ਜਿਹੜੇ ਬਾਲੂ ਜੀ, ਅਲਮਸਤ ਜੀ, ਹਸਨਾ ਜੀ, ਗੋਇੰਦ ਜੀ ਵਾਲਾ, ਉਹਨਾਂ ਧੂਣਿਆਂ ਦੇ ਬਾਅਦ ਬਖਸ਼ਿਸ਼ਾਂ ਨਿਕਲੀਆਂ ਤੇ ਉਹਨਾਂ ਦੇ ਵਿੱਚੋਂ ਇਹ ਉਦਾਸੀ ਹੈ। ਮਤਲਬ ਅਸਿੱਧੇ ਰੂਪ ਦੇ ਵਿੱਚ, ਪਰੋਖ ਰੂਪ ਦੇ ਵਿੱਚ ਗੁਰੂ ਨਾਨਕ ਦੇ ਪੁੱਤਰ ਹੀ ਗੁਰੂ ਨਾਨਕ ਜੋਤ ਦੀ ਸੇਵਾ ਕਰ ਰਹੇ ਹਨ। ਇਹ ਗੱਲ ਆਪਾਂ ਨੂੰ ਸਮਝਣੀ ਪਏਗੀ। ਗੁਰੂ ਸਾਹਿਬ ਜੀ ਨੇ ਉਹ ਥਾਪੜਾ ਦਿੱਤਾ। ਮਹਾਰਾਜ ਨੇ ਫਿਰ ਸਾਰੇ ਦਲ ਦਾ ਮੁਆਇਨਾ ਕਰਨ ਆਏ। ਇੱਥੇ ਮਹਾਰਾਜ ਜੀ ਨੇ ਜਿਹੜੀ ਇੱਕ ਬੜੀ, ਕਿਉਂਕਿ ਐਵੇਂ ਥੋੜਾ, ਜਿਹੜੇ ਮਹਾਰਾਜ ਨੇ 14 ਜੰਗਾਂ ਲੜੀਆਂ, 10 ਲੱਖ ਦੇ ਘੇਰੇ ਨੂੰ 7 ਮਹੀਨੇ ਵਕਤ ਪਾ ਰਿਹਾ, ਕਿਤੇ ਮਹਾਰਾਜ ਨੇ ਐਂ ਕਿਲਾ ਛੱਡ ਦਿੱਤਾ ਵੀ ਤੁਰ ਪੋ, ਚਲੋ ਚਲੀਏ ਆਰਾਮ ਨਾਲ।
ਜਦੋਂ ਸਾਰੇ ਮਹਾਰਾਜ ਨੇ ਫਿਰ ਉੱਥੇ ਨਮਸਕਾਰ 3 ਪਰਿਕਰਮਾ ਕੀਤੀਆਂ ਮਹਾਰਾਜ ਨੇ ਸ਼ਹੀਦਗੰਜ ਦੇ ਸਥਾਨ ਤੇ। ਮਹਾਰਾਜ ਉੱਥੋਂ ਚੱਲ ਕੇ ਫਿਰ ਆਏ, ਸਾਰੇ ਦਲ ਨੂੰ ਮਹਾਰਾਜ ਦੇਖ ਰਹੇ ਨੇ ਕਿ ਸਿੰਘਾਂ ਦੇ ਮਨ 'ਚ ਇੱਕ ਖੁਸ਼ੀ ਹੈ ਕਿ ਅਨੰਦਪੁਰ ਸਾਹਿਬ ਅੱਜ ਨਗਰ ਛੱਡਾਂਗੇ। ਕੁਝ ਦੇ ਮਨ ਅੰਦਰ ਮਲਾਲ ਵੀ ਹੈ, ਪਰ ਮਹਾਰਾਜ ਹੁਕਮ ਦੇ ਮਾਲਕ ਜਾਣਦੇ ਨੇ ਕਿ ਇਸ ਨਗਰੀ ਤੋਂ ਬਾਹਰ ਨਿਕਲ ਕੇ ਕੀ ਕੀ ਵਾਪਰਨਾ, ਪਰ ਗੁਰੂ ਨੂੰ ਪਤਾ ਹੈ। ਮਹਾਰਾਜ ਨੇ ਸਾਰੇ ਸ਼ਸਤਰ ਦਲ ਦਾ ਮੁਆਇਨਾ ਕੀਤਾ। ਮਹਾਰਾਜ ਸਾਰੇ ਸੂਰਮੇ ਤਿਆਰ ਨੇ। ਮਹਾਰਾਜ ਨੇ ਭਾਈ ਮਦਨ ਸਿੰਘ ਨੂੰ ਕਿਹਾ, ਭਾਈ ਮਦਨ ਸਿੰਘ ਘੋੜੇ ਦੀ ਕਾਠੀ ਬੰਨ੍ਹ ਕੇ ਤਿਆਰ ਹੋ ਕੇ ਜੇ ਪਰਖ ਹੀ ਰਿਹਾ ਸੀ। ਮਹਾਰਾਜ ਗਏ ਤੇ ਮਦਨ ਸਿੰਘ ਦੇ ਮਹਾਰਾਜ ਜੀ ਕੰਧ ਦੇ ਥਾਪੀ ਦੇ ਕੇ ਕਹਿਣ ਲੱਗੇ ਤਿਆਰੀ ਹੈ। ਕਹਿਣ ਲੱਗਾ ਮਹਾਰਾਜ ਤੁਹਾਡਾ ਹੁਕਮ ਹੈ, ਸਾਡੀ ਤਿਆਰੀ ਕੋਈ ਨਹੀਂ, ਹੁਕਮ ਹੈ ਤੁਹਾਡਾ, ਜਿਵੇਂ ਕਰੋਗੇ। ਮਹਾਰਾਜ ਜੀ ਕਹਿਣ ਲੱਗੇ ਜਰਾ ਬੰਦੂਕ ਤਾਂ ਦਿਖਾ ਆਪਣੀ। ਬੰਦੂਕ ਦਿਖਾਈ, ਬੰਦੂਕ ਖਾਲੀ, ਉਹਦੇ ਵਿੱਚ ਗੁਲਕਾਂ ਨਹੀਂ ਸਨ। ਮਹਾਰਾਜ ਕਹਿਣ ਲੱਗੇ ਮਦਨ ਸਿੰਘ, ਜਿਨ੍ਹਾਂ ਦੀਆਂ ਕਸਮਾਂ ਕੱਚੀਆਂ ਨੇ, ਜਿਨ੍ਹਾਂ ਦੀ ਕਸਮਾਂ ਤੇ ਤਬਾਰ ਕਰਕੇ ਨਿਕਲਣ ਲੱਗੇ ਹੋ, ਉਹਨਾਂ ਕਸਮਾਂ ਤੋੜਨੀਆਂ ਵੀ ਨੇ, ਤੇ ਜਦੋਂ ਕਸਮਾਂ ਟੁੱਟਣੀਆਂ ਨੇ ਉਦੋਂ ਗਹਿ ਗੱਚ ਯੁੱਧ ਵੀ ਹੋਣੇ ਨੇ, ਤੇ ਯੁੱਧ ਦੀ ਤਿਆਰੀ ਪਹਿਲਾਂ ਹੁੰਦੀ ਹੈ। ਸੂਰਬੀਰ ਕਦੇ ਢਿੱਲਾ ਨਹੀਂ ਪੈਂਦਾ। ਮਹਾਰਾਜ ਨੇ ਸਾਰਿਆਂ ਦੀ ਬੰਦੂਕਾਂ ਦੀ ਪਰਖ ਕਰਵਾਈ ਤੇ ਗੁਲਕਾਂ ਜਿਹੜੀਆਂ ਗੋਲੀਆਂ ਮਤਲਬ ਮਹਾਰਾਜ ਨੇ ਸਾਰਿਆਂ ਨੂੰ ਖਜ਼ਾਨਿਆਂ ਵਿੱਚ ਪਵਾਈਆਂ ਤੇ ਕਿਹਾ 2-2 ਨਾਲ ਭਰ ਕੇ ਰੱਖੋ। ਫਿਰ ਮਹਾਰਾਜ ਥੋੜਾ ਅੱਗੇ ਗਏ, ਭਾਈ ਕਾਠਾ ਸਿੰਘ ਖਲੋਤੇ ਸਨ, ਭਾਈ ਉਦੈ ਸਿੰਘ ਤੇ ਕਾਠਾ ਸਿੰਘ ਇਕੱਠੇ ਖਲੋਤੇ ਸਨ। ਮਹਾਰਾਜ ਕਹਿਣ ਲੱਗੇ ਖਾਲਸੇ ਨੇ ਆਪਣੀ ਤਿਆਰੀ ਕਰ ਲਈ, ਸਾਡੀ ਤਿਆਰੀ ਕਿੰਨੇ ਕਰਨੀ ਹੈ? ਸਾਡੀ ਤਿਆਰੀ ਦਾ ਅੱਜ ਕਿਸੇ ਨੂੰ ਚਿੱਤ ਚੇਤਾ ਹੀ ਨਹੀਂ। ਭਾਈ ਉਦੈ ਸਿੰਘ ਕਹਿਣ ਲੱਗੇ ਨਹੀਂ ਮਹਾਰਾਜ ਐਸੀ ਗੱਲ ਨਹੀਂ, ਤੁਹਾਡੀ ਤਿਆਰੀ ਵੀ ਹੈ। ਕਹਿਣ ਲੱਗੇ ਕਿਵੇਂ? ਕਹਿਣ ਲੱਗੇ ਮਹਾਰਾਜ 3 ਖੱਚਰਾਂ ਤੀਰਾਂ ਦੀਆਂ ਭਰੀਆਂ ਨੇ। 3 ਖੱਚਰਾਂ 3000 ਤੀਰ ਬਣਦਾ ਮਹਾਰਾਜ, ਇਹਨਾਂ ਉੱਪਰ ਲੱਦਿਆ ਹੋਇਆ। ਤੁਹਾਡੀ ਮਰਜ਼ੀ, ਤਿੰਨੇ ਲਿਜਾਣੀਆਂ, ਇੱਕ ਲਿਜਾਣੀ ਤੁਹਾਡੀ ਮਰਜ਼ੀ। ਮਹਾਰਾਜ ਕਹਿੰਦੇ ਫਿਰ ਇਹ ਤਿੰਨੇ ਹੀ ਸਾਡੇ ਨਾਲ ਜਾਣਗੀਆਂ ਹੁਣ। ਤੇ ਇਹ ਤੀਰ ਫਿਰ ਜਦੋਂ ਚਮਕੌਰ ਦੇ ਵਿੱਚ, ਸ਼ਾਹੀ ਟਿੱਬੀ ਤੇ ਪਿੰਡ ਝੱਖੀਆਂ ਦੀ ਜੂਹ ਵਿੱਚ, ਮਲਕਪੁਰ ਰੰਗੜਾਂ ਦੇ ਵਿੱਚ, ਸਰਸਾ ਦੇ ਕੰਢੇ, ਕੋਟਲਾ ਨਿਹੰਗ ਖਾਂ ਵਿਖੇ ਕਿਵੇਂ ਕਿਵੇਂ ਚੱਲਦੇ ਗਏ, ਇਹਨਾਂ ਤੀਰਾਂ ਦੀ ਇਬਾਰਤ ਅਗਲੀ। ਮਹਾਰਾਜ ਕਹਿਣ ਲੱਗੇ ਖਾਲਸਾ ਤੇ ਬਹੁਤ ਤੇਜ਼ ਨਿਕਲਿਆ, ਸਾਡੇ ਤੋਂ ਪਹਿਲਾਂ ਵੱਡੀ ਤਿਆਰੀ ਕਰਕੇ ਬੈਠਾ। ਪਰ ਮਹਾਰਾਜ ਜੀ ਸਾਰੇ ਚੱਲਦੇ ਗਏ ਤੇ ਮਹਾਰਾਜ ਜੀ ਨੇ ਜਾ ਕੇ ਜਿਹੜਾ ਸਾਰੇ ਦਲਾਂ ਨੂੰ ਮਹਾਰਾਜ ਜੀ ਨੇ ਇੱਥੇ ਨਿਸ਼ਚਿਤ ਕਰ ਦਿੱਤਾ ਸੀ। ਮਹਾਰਾਜ ਜੀ ਨੇ ਕਿਹਾ ਕਿ ਸਭ ਤੋਂ ਪਹਿਲਾਂ ਜਿਹੜਾ ਹੈ ਸਾਡਾ ਦਲ ਹੋਵੇਗਾ। ਉਸ ਦਲ ਦੇ ਵਿੱਚ 5 ਪਿਆਰੇ ਤੇ 5 ਮੁਕਤੇ ਸਾਡੇ ਨਾਲ ਹੋਣਗੇ। ਪਰ ਮਹਾਰਾਜ ਨੇ ਬਾਅਦ 'ਚ ਕਿਹਾ ਕਿ ਭਾਈ ਬਚਿੱਤਰ ਸਿੰਘ 100 ਸਿੰਘਾਂ ਦਾ ਜਥਾ ਵੱਖਰਾ ਲੈ ਲਏ, ਭਾਈ ਉਦੈ ਸਿੰਘ 50 ਸਿੰਘਾਂ ਦਾ ਜਥਾ ਲੈ ਲਵੇ, ਭਾਈ ਆਲਮ ਸਿੰਘ ਜਿਹੜਾ ਹੈ ਉਹ ਆਪਣੀ ਪਤਨੀ ਸੁਭਿੱਖਾਂ ਦੇ ਨਾਲ ਉਹ ਵੀ 50 ਸਿੰਘਾਂ ਦਾ ਜਥਾ ਲੈ ਲਵੇ। ਭਾਈ ਦੁੰਨਾ ਸਿੰਘ ਨੂੰ ਮਹਾਰਾਜ ਕਹਿਣ ਲੱਗੇ ਤੂੰ 100 ਸਿੰਘ ਲੈ ਕੇ ਆ, 100 ਸਿੰਘ ਲੈ ਕੇ ਆਇਆ। ਮਹਾਰਾਜ ਨੇ ਕਿਹਾ। ਫਿਰ ਮਹਾਰਾਜ ਆਪਣੇ ਮਾਤਾ ਜੀ ਕੋਲ ਗਏ, ਗੁਰੂ ਮਾਤਾ ਗੁਜਰੀ ਜੀ ਦੇ ਚਰਨ ਸਪਰਸ਼ ਕੀਤੇ 10ਵੇਂ ਪਾਤਸ਼ਾਹ। ਮਹਾਰਾਜ ਨੇ ਕਿਹਾ ਕਿ ਮਾਤਾ ਗੁਜਰੀ, ਮਾਤਾ ਜੀ ਕੀ ਆਗਿਆ? ਤੇ ਸਿਦਕ ਦੀ ਮੂਰਤ ਮਾਤਾ ਗੁਜਰੀ ਨੇ ਕਹਿੰਦੇ ਉੱਥੇ ਵਚਨ ਕਹੇ, ਜੋ ਤੁਹਾਡੀ ਆਗਿਆ ਉਹ ਸਾਡੀ ਆਗਿਆ। ਦੁਨੀਆ ਵਿੱਚ ਇਹ ਮਾਂ ਲੱਭਣੀ ਵੀ ਮੁਸ਼ਕਿਲ ਹੈ ਜਿਹੜੀ ਪਹਿਲਾਂ ਪਤੀ ਦੇ ਸਾਰੇ ਸਿਦਕ ਦੇ ਪੈਂਡਿਆਂ ਵਿੱਚ ਨਾਲ ਰਹੀ। ਮੈਂ ਤਾਂ ਕਈ ਵਾਰੀ ਜ਼ਿਕਰ ਕੀਤਾ ਵੀ ਇੱਥੇ ਕੋਈ ਮਤਲਬ ਕੋਈ ਝਗੜਾ ਹੋ ਜਾਏ ਨਾ ਕਿਸੇ ਪਤਨੀ ਦੇ ਪਤੀ ਦਾ, ਮਤਲਬ ਕਿ ਉਹਨੂੰ ਸੱਟਾਂ ਵੱਜ ਜਾਣ ਤੇ ਉਸ ਝਗੜੇ ਦੀ ਇੱਕ ਪਿੰਡ 'ਚ ਚਰਚਾ ਹੋ ਜਾਏ ਤੇ ਉਹਦੇ ਮਨ ਤੇ ਇੱਕ ਬੜਾ ਵੱਡਾ ਭਾਰ ਬਣਦਾ ਵੀ ਮੇਰੇ ਪਤੀ ਦੇ ਇਸ ਝਗੜੇ ਦੀ ਚਰਚਾ ਹੋਈ। ਮਾਤਾ ਗੁਜਰੀ ਦੇ ਹਿਰਦੇ ਦੀ ਵਿਸ਼ਾਲਤਾ, ਉਹਦਾ ਸਿਰੜ ਦੇਖੋ ਵੀ ਜਿਹਦੇ ਪਤੀ ਦੇ ਸ਼ਹੀਦੀ ਦੀ ਚਰਚਾ ਪੂਰੇ ਹਿੰਦੁਸਤਾਨ 'ਚ ਹੋਣੀ ਹੈ। ਕੱਲੇ ਕੱਲੇ ਬੰਦੇ ਨੇ ਕਹਿਣਾ ਵੀ 9ਵੇਂ ਪਾਤਸ਼ਾਹ ਸ਼ਹੀਦ ਹੋਏ। ਸਿੱਧੀ ਔਰੰਗਜ਼ੇਬ ਦੇ ਨਾਲ ਟੱਕਰ, ਉਸ ਪਤਨੀ ਦਾ ਕਿੱਡਾ ਵਿਸ਼ਾਲ ਹਿਰਦਾ ਹੋਏਗਾ ਕਿ ਜਿਨਨੇ ਬੜੇ ਆਰਾਮ ਦੇ ਨਾਲ ਪੂਰੇ ਹਿੰਦੁਸਤਾਨ ਵਿੱਚ ਆਪਣੇ ਪਤੀ ਦੀ ਸ਼ਹੀਦੀ ਦੀ ਚਰਚਾ ਨੂੰ ਬੜੇ ਆਰਾਮ ਨਾਲ ਜੀਵਨ 'ਚ ਉਤਾਰ ਲਿਆ। ਨਹੀਂ ਤੇ ਲੋਕ ਸਦਮੇ 'ਚ ਪਾਗਲ ਹੋ ਜਾਂਦੇ ਨੇ। ਜਿਨ੍ਹਾਂ ਨੂੰ ਜੇਲ੍ਹਾਂ ਦਾ ਇਤਿਹਾਸ, ਜਿਨ੍ਹਾਂ ਨੇ ਜੇਲ੍ਹਾਂ ਬਾਰੇ ਕਦੇ ਪੜ੍ਹਿਆ ਲਿਖਿਆ ਹੈ, ਜਿਹੜੇ ਵੱਡੇ ਵੱਡੇ ਅਪਰਾਧੀ ਅਸੀਂ ਸਮਝਦੇ ਨਾ ਬਾਹਰ ਵੀ ਬੜੇ ਵੱਡੇ ਖੂਨਖਾਰ ਅਪਰਾਧੀ ਨੇ, ਕਈ ਜੇਲਰਾਂ ਨੂੰ ਪੁੱਛ ਕੇ ਦੇਖੋ ਅੱਧੀ ਅੱਧੀ ਰਾਤ ਨੂੰ 50-50 ਬੰਦੇ ਕਤਲ ਕਰਨ ਵਾਲੇ ਰੋਂਦੇ ਨੇ, ਚੀਕਾਂ ਮਾਰਦੇ ਨੇ, ਡਰਦੇ ਨੇ। ਬਾਹਰੋਂ ਭਾਵੇਂ ਦੁਨੀਆ ਨੂੰ ਬੜੇ ਵੱਡੇ ਅਪਰਾਧੀ ਨਜ਼ਰ ਆਉਂਦੇ ਨੇ। ਮਾਤਾ ਗੁਜਰੀ ਦੇ ਹਿਰਦੇ ਦੀ ਵਿਸ਼ਾਲਤਾ ਦਾ ਅੰਦਾਜ਼ਾ ਲਗਾਓ, ਕਿੰਨਾ ਵੱਡਾ ਉਹਦਾ ਸਿਰੜ ਹੋਏਗਾ। ਕਹਿਣ ਲੱਗੇ ਪੁੱਤਰ ਜੀ ਜੋ ਤੁਹਾਡੀ ਆਗਿਆ ਉਹ ਸਾਡੀ ਆਗਿਆ। ਮਹਾਰਾਜ ਨੇ ਦੇਖਿਆ ਵੀ ਦੋਵੇਂ ਲਾਲ ਮਹਾਰਾਜ ਦੇ ਮਾਤਾ ਦੇ ਨਾਲ ਨੇ, ਕਿਉਂਕਿ ਫਤਿਹ ਸਿੰਘ ਤਾਂ ਬਹੁਤ ਛੋਟਾ ਸੀ, ਜੋਰਾਵਰ ਸਿੰਘ ਵੀ ਛੋਟਾ ਸੀ,
ਪਰ ਕਿਉਂਕਿ ਮਾਤਾ ਜੀਤੋ ਜੀ ਜਲਦੀ ਅਕਾਲ ਚਲਾਣਾ ਕਰ ਗਏ ਸਨ, 1.5 ਸਾਲ ਦੀ ਉਮਰ ਦਾ ਸੀ ਫਤਿਹ ਸਿੰਘ ਸਾਹਿਬਜ਼ਾਦਾ, ਤੇ ਮਾਤਾ ਗੁਜਰੀ ਨੇ ਸਾਰੀ ਪਾਲਣਾ ਕੀਤੀ। ਮਹਾਰਾਜ ਕਹਿਣ ਲੱਗੇ ਮਾਤਾ ਜੀ ਇਹ ਫਿਰ ਤੁਹਾਡੇ ਨਾਲ ਜਾਣਗੇ। ਮਾਤਾ ਜੀ ਕਹਿਣ ਲੱਗੇ ਕਿ ਇਹ ਇਹਨਾਂ ਨੂੰ ਪੁੱਛਿਆ ਜਾਵੇ। ਇਹ ਹੁੰਦੀਆਂ ਬੰਦਗੀ ਵਾਲੀਆਂ ਰੂਹਾਂ ਜਿਹੜੀਆਂ ਜਰਾ ਜਿੰਨਾ ਜ਼ਿੰਦਗੀ 'ਚ ਦਖਲ ਨਹੀਂ ਦਿੰਦੀਆਂ। ਗੁਰੂ ਸਾਹਿਬ ਜੀ ਕਹਿਣ ਲੱਗੇ ਫਤਿਹ ਸਿੰਘ ਕਿਹਦੇ ਨਾਲ ਜਾਣਾ ਚਾਹੋਗੇ? ਕਹਿਣ ਲੱਗੇ ਮਹਾਰਾਜ ਜਾਣਾ ਤੁਹਾਡੇ ਨਾਲ ਜਾਵਾਂਗੇ, ਪਰ ਗੋਦ ਮਾਤਾ ਗੁਜਰੀ ਦੀ ਚਾਹੀਦੀ ਹੈ ਵੀ ਅਸੀਂ ਤਾਂ ਤੁਹਾਡੇ ਮਗਰ ਹੀ ਜਾਣਾ ਹੈ ਨਾ ਮਹਾਰਾਜ। ਬਾਬਾ ਫਤਿਹ ਸਿੰਘ ਨੇ ਕਹੇ ਮਹਾਰਾਜ ਨੇ ਇੱਥੇ ਇਹ ਇੱਕ ਮੌਕਾ ਹੈ। ਦੋਵੇਂ ਸਾਹਿਬਜ਼ਾਦਿਆਂ ਨੂੰ ਮਹਾਰਾਜ ਨੇ ਕੋਲ ਬਿਠਾਇਆ ਤੇ ਮਹਾਰਾਜ ਗੋਡਿਆਂ ਪਰਨੇ ਹੋ ਕੇ ਜ਼ਮੀਨ ਤੇ ਬੈਠੇ। ਮਹਾਰਾਜ ਨੇ ਦੋਵਾਂ ਨੂੰ ਦੁਲਾਰ ਕੀਤਾ। ਮਹਾਰਾਜ ਨੇ ਕਿਹਾ ਤੁਹਾਡੇ ਨਾਂ ਬੜੇ ਕਮਾਲ ਦੇ ਨੇ, ਤੁਸੀਂ ਅਨੰਦਪੁਰ ਸਾਹਿਬ ਚਲੇ ਜਾਓਗੇ, ਅੱਜ ਨਿਕਲ ਜਾਵਾਂਗੇ। ਮਹਾਰਾਜ ਕਹਿਣ ਲੱਗੇ ਤੁਹਾਡੇ ਨਾਮ ਬੜੇ ਕਮਾਲ ਦੇ ਨੇ। ਮਾਤਾ ਗੁਜਰੀ ਦਾ ਨਾਮ ਹੈ ਗੁਜਰੀ, ਮਤਲਬ ਜਿਹਦੇ ਤੋਂ ਹਰ ਇੱਕ ਚੀਜ਼ ਗੁਜਰਦੀ ਹੈ। ਮਾਤਾ ਗੁਜਰੀ ਰੁੱਖ ਵਰਗੀ ਹੈ। ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਨਾ, ਦਰਵੇਸਾਂ ਨੂੰ ਲੋੜੀਆ ਰੁੱਖਾਂ ਦੀ ਜੀ ਰਾਂਦ। ਇਸ ਰੁੱਖ ਦੇ ਉੱਪਰ ਮੀਂਹ ਵੀ ਪੈਂਦੇ ਨੇ, ਗੜਿਆਂ ਦੀ ਮਾਰ ਵੀ ਪੈਂਦੀ ਹੈ, ਧੁੱਪ ਦੀਆਂ ਮਾਰਾਂ ਵੀ ਪੈਂਦੀਆਂ ਨੇ। ਇਹਦੇ ਤੋਂ ਛਾਂ ਦਾ ਸੁੱਖ ਲੈਣ ਵਾਲੇ, ਫਲ ਦਾ ਸੁੱਖ ਲੈਣ ਵਾਲੇ ਉਸ ਰੁੱਖ ਨੂੰ ਛਾਂ ਵੀ ਦਿੰਦੇ ਨੇ, ਪਰ ਫਿਰ ਵੀ ਰੁੱਖ ਨੇ ਕਦੇ ਇਤਰਾਜ਼ ਨਹੀਂ ਕੀਤਾ। ਮਾਤਾ ਗੁਜਰੀ ਦੇ ਨਾਂ ਮਹਾਰਾਜ ਕਹਿਣ ਲੱਗੇ ਤੁਹਾਡੇ ਨਾਂ ਬੜੇ ਕਮਾਲ ਨੇ। ਇਹਨੇ ਚਸ਼ਮਦੀਦ ਬਣਨਾ ਹਰ ਗੱਲ ਦੀ। ਇਹ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਦੀ ਵੀ ਚਸ਼ਮਦੀਦ ਬਣੀ, ਇਹ ਖਾਲਸੇ ਦੀ ਸਾਜਨਾ ਦੀ ਚਸ਼ਮਦੀਦ ਵੀ ਬਣੀ, ਸਾਰੀਆਂ ਜੰਗਾਂ ਦੀ ਚਸ਼ਮਦੀਦ ਹੈ ਮਾਤਾ ਗੁਜਰੀ। ਇਹਨਾਂ ਨੇ ਆਪਣੇ ਸਹੁਰੇ ਭਾਵ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਜੰਗਾਂ ਦੇ ਵੀ ਚਸ਼ਮਦੀਦ ਨੇ। ਇਹਨਾਂ ਦਾ ਨਾਮ ਆਖਰ ਤੱਕ ਉਵੇਂ ਰਹੇਗਾ। ਛੋਟਿਆਂ ਦੀ ਵੀ ਮਾਤਾ ਗੁਜਰੀ ਨੇ ਸ਼ਹਾਦਤ ਅੱਖੀਂ ਦੇਖੀ ਨਾ। ਭਾਵੇਂ ਇਹੀ ਤਾਂ ਗੱਲ ਹੁੰਦੀ, ਇੱਕ ਹੁੰਦਾ ਸ਼ਹਾਦਤ ਦੇਣਾ, ਇੱਕ ਹੁੰਦਾ ਜਿਨ੍ਹਾਂ ਨੂੰ ਤੁਸੀਂ ਪੈਦਾ ਕੀਤਾ, ਜਿਨ੍ਹਾਂ ਦੇ ਨਾਲ ਤੁਸੀਂ ਜੁੜੇ ਹੋ, ਉਹਨਾਂ ਦੀ ਸ਼ਹਾਦਤ ਨੂੰ ਦੇਖ ਕੇ ਪੂਰੇ ਦਾ ਪੂਰਾ ਹੰਡਾਉਣਾ। ਮਹਾਰਾਜ ਕਹਿਣ ਲੱਗੇ ਤੁਹਾਡੇ ਨਾਮ ਬੜੇ ਕਮਾਲ ਨੇ। ਮਹਾਰਾਜ ਜੋਰਾਵਰ ਸਿੰਘ ਨੂੰ ਕਹਿਣ ਲੱਗੇ ਤੇਰੇ 'ਚ ਜ਼ੋਰ ਇੰਨਾ ਹੈ, ਤੂੰ ਇੱਕ ਵਾਰੀ ਜਿੱਦ ਕੀਤੀ ਸੀ ਨਾ ਕਿ ਮਹਾਰਾਜ ਮੈਨੂੰ ਤਲਵਾਰ ਕਿਉਂ ਨਹੀਂ ਦਿੰਦੇ। ਮਹਾਰਾਜ ਕਹਿਣ ਲੱਗੇ ਤੇਰੇ ਵਿੱਚ ਸ਼ਹੀਦਾਂ ਦੀ ਰੱਤ ਦਾ ਜ਼ੋਰ ਇੰਨਾ ਹੈ, ਤੇਰੇ ਸਿਦਕ ਦੇ ਸਾਹਮਣੇ ਹਜ਼ਾਰਾਂ ਲੱਖਾਂ ਤਲਵਾਰਾਂ ਖੁੰਡੀਆਂ ਹੋ ਜਾਣਗੀਆਂ, ਤੇਰੇ ਨਾਮ ਵਿੱਚ ਇੰਨਾ ਜ਼ੋਰ ਹੈ। ਫਤਿਹ ਸਿੰਘ ਕਹਿਣ ਲੱਗਾ ਪਿਤਾ ਜੀ ਮੈਨੂੰ। ਮਹਾਰਾਜ ਕਹਿਣ ਲੱਗੇ ਫਤਿਹ ਸਿੰਘ ਤੇਰੇ ਨਾਮ ਦੇ ਵਿੱਚ ਉਹ ਜਲਾਉ ਪਿਆ ਹੈ, ਤੂੰ ਇਹੋ ਜਿਹੀ ਫਤਿਹ ਕਰੇਂਗਾ ਕਿ ਉਸ ਫਤਿਹ ਤੋਂ ਉੱਚੀ ਕੋਈ ਫਤਿਹ ਹੋ ਨਹੀਂ ਸਕੇਗੀ ਦੁਨੀਆ ਦੀ। ਭਾਵੇਂ ਲੱਖਾਂ ਜਿੱਤਾਂ ਦਾ ਜ਼ਿਕਰ ਕੀਤਾ ਜਾਵੇ, ਤੇਰੇ ਨਾਮ ਦੀ ਲੱਜ ਪੂਰੀ ਹੋਏਗੀ। ਕਹਿਣ ਲੱਗੇ ਮਹਾਰਾਜ ਕਿੱਥੇ ਜਾ ਕੇ ਹੋਏਗੀ? ਮਹਾਰਾਜ ਕਹਿਣ ਲੱਗੇ ਇਹ ਮੁਕਾਮ ਅਕਾਲ ਪੁਰਖ ਨੇ ਆਪ ਸਾਜੇ ਨੇ, ਤੁਹਾਨੂੰ ਉਹਨਾਂ ਮੁਕਾਮਾਂ ਤੇ ਸਿਰਜਣਹਾਰ ਆਪ ਲੈ ਜਾਏਗਾ। ਭਾਣਾ ਉੱਜੜ ਭਾਣਾ ਰਾਹ, ਤੁਹਾਨੂੰ ਅਕਾਲ ਪੁਰਖ ਉੱਥੇ ਲੈ ਜਾਏਗਾ। ਤੁਸੀਂ ਬਸ ਆਪਣੇ ਦਾਦੇ ਦੇ ਸਿਦਕ ਨੂੰ ਯਾਦ ਰੱਖਿਓ। ਤੁਹਾਡੇ ਨਾਵਾਂ ਦੀ ਲੱਜ ਮਾਲਕ ਨੇ ਆਪ ਪੁਗਾਉਣੀ ਹੈ। ਅੱਜ ਨਾਂ ਕਿਹੜੇ ਰੱਖਦੇ? ਮੈਂ ਸਿੱਖਾਂ ਦੇ ਨਿਆਣੇ ਦੇ ਨਾਂ ਸੁਣ ਕੇ ਹੈਰਾਨ ਹੁੰਨਾ। ਇੱਕ ਦਾ ਕੁਝ ਦਿਨ ਪਹਿਲਾਂ ਨਾਂ ਸੁਣਿਆ ਸੀ, ਉਹ ਬਿਲਕੁਲ ਅੰਗਰੇਜ਼ਾਂ ਵਾਲਾ ਸੀ। ਤੇ ਮੈਂ ਕਿਹਾ ਤੇਰਾ ਨਾਮ ਕਿਹਨੇ ਰੱਖਿਆ? ਕਹਿੰਦਾ ਮੇਰੀ ਮਾਂ ਨੇ। ਮੈਂ ਕਿਹਾ ਮਾਂ ਤੇਰੀ ਈਸਾਈਆਂ ਘਰੋਂ ਪੈਦਾ ਹੋਈ? ਕਹਿਣ ਲੱਗਾ ਨਹੀਂ ਸਿੱਖਾਂ ਦੇ ਘਰ 'ਚ। ਮੈਂ ਕਿਹਾ ਤੇਰੇ ਨਾਂ ਤੋਂ ਤਾਂ ਲੱਗਦਾ ਹੀ ਨਹੀਂ ਵੀ ਤੂੰ ਸਿੱਖਾਂ ਦਾ ਬੱਚਾ ਹੈ। ਮਹਾਰਾਜ ਕਹਿਣ ਲੱਗ ਗਏ ਪਾਲੋ ਮਹਾਰਾਜ ਨੇ ਚੰਗੀ ਤਰ੍ਹਾਂ ਸਵਾਰੇ। ਮਹਾਰਾਜ ਨੇ ਨਿੱਕੀਆਂ ਨਿੱਕੀਆਂ ਕਮਰ ਕੱਸੇ ਕੀਤੇ ਇਹਨਾਂ ਨੂੰ। ਕਹਿਣ ਲੱਗੇ ਮਾਤਾ ਜੀ ਇਹ ਤੁਹਾਡੀ ਪਰਵਰਿਸ਼ ਨੇ, ਤੁਸੀਂ ਸੰਭਾਲੋਗੇ। ਮਹਾਰਾਜ ਨੇ ਭਾਈ ਦੁੰਨਾ ਸਿੰਘ ਨੂੰ ਕਿਹਾ ਕਿ 100 ਸਿੰਘਾਂ ਜੱਥਾ ਲੈ ਕੇ ਆ। ਨਾਲ ਮਾਤਾ ਸੁਪਿੱਖੀ ਨੂੰ ਮਹਾਰਾਜ ਨੇ ਕਿਹਾ ਇਹ ਭਾਈ ਆਲਮ ਸਿੰਘ ਦੀ ਪਤਨੀ। ਸਿੱਖਾਂ ਦੇ ਵਿੱਚ ਇਸਤਰੀਆਂ ਵੀ ਸ਼ਹੀਦ ਹੋਈਆਂ ਨੇ, ਕੱਲ੍ਹ ਇਹਦਾ ਜ਼ਿਕਰ ਆਪ ਜੀ ਦੇ ਸਨਮੁਖ ਅਰਜ ਕਰਾਂਗਾ। ਮਾਤਾ ਸੁਪਿੱਖੀ ਨੂੰ ਮਹਾਰਾਜ ਨੇ ਕਿਹਾ ਕਿ ਤੁਸੀਂ ਆਪਣਾ ਇੱਕ ਜੱਥਾ ਨਾਲ ਲੈ ਕੇ ਚੱਲਿਓ। ਤੇ ਮਹਾਰਾਜ ਨੇ ਫਿਕਰ ਹੈ ਨਾ ਗੁਰੂ ਨੂੰ ਪਤਾ ਹੈ ਕਿ ਸਿੱਦਕ ਪੂਰੇ ਪੁੱਗਣੇ ਨੇ, ਰਸਤੇ ਵਿੱਚ ਕਿਤੇ ਔਕੜਾਂ ਨਾ ਆਉਣ। ਭਾਵੇਂ ਆਈਆਂ ਬੇਸ਼ੱਕ, ਪਰ ਜਿਹੜੇ ਇਹਨਾਂ ਦੇ ਸ਼ਹੀਦੀ ਮੁਕਾਮ ਨੇ ਉੱਥੋਂ ਤੱਕ ਪਹੁੰਚ ਜਾਣ। ਮਹਾਰਾਜ ਨੇ ਕਿਹਾ ਕਿ 40 ਸਿੰਘ ਅੱਗੇ ਹੋ ਜਾਓ ਤੇ 40 ਮਗਰ ਹੋ ਜਾਓ ਤੇ 10-10 ਜਿਹੜੇ ਇਹਨਾਂ ਦੀ ਸਾਈਡ ਤੇ ਰਹੋ। ਤੇ ਪਾਲਕੀ ਦੇ ਵਿੱਚ ਮਹਾਰਾਜ ਨੇ ਮਹਾਰਾਜ ਨੇ ਮਾਤਾ ਗੁਜਰੀ ਜੀ ਨੂੰ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਬਿਠਾਇਆ। ਫਿਰ ਮਹਾਰਾਜ ਆਪਣੇ ਮਹਿਲਾਂ ਵੱਲ ਗਏ। ਮਹਿਲਾਂ ਵਿੱਚ ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਕੌਰ ਜੀ, ਕੁਆਰਾ ਡੋਲਾ ਮਹਾਰਾਜ ਦਾ, ਖਾਲਸੇ ਦੀ ਮਾਤਾ। ਮਹਾਰਾਜ ਕਹਿਣ ਲੱਗੇ
ਉਹਨਾਂ ਕਿਹਾ ਮਹਾਰਾਜ ਸਾਡੇ ਪਰਥਾਏ ਕੀ ਆਗਿਆ। ਮਹਾਰਾਜ ਕਹਿਣ ਲੱਗੇ ਤੁਹਾਡੇ ਕੋਲੋਂ ਦੋ ਚੋਣਾਂ ਹਨ, ਜਾਂ ਤਾਂ ਸਾਡੇ ਕਾਫਲੇ ਦੇ ਨਾਲ ਚੱਲੋ ਜਾਂ ਇਕੱਲੇ ਚੱਲੋ। ਮਾਤਾਵਾਂ ਨੇ ਕਿਹਾ ਮਹਾਰਾਜ ਜਿਵੇਂ ਤੁਹਾਡੀ ਆਗਿਆ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਕੋਲ ਭਾਈ ਦਇਆ ਸਿੰਘ ਨਿਰਣਾ ਕੀਤਾ ਕਿ ਨਹੀਂ ਮਾਤਾ ਜੀ, ਗੁਰੂ ਸਾਹਿਬ ਜੀ ਤੁਹਾਡੇ ਮਹਿਲ ਬੜੇ ਪੂਜਨੀਕ ਹਨ, ਇਹਨਾਂ ਨੂੰ ਵੀ ਹਿਫਾਜ਼ਤ ਵਿੱਚ ਰੱਖਿਆ ਜਾਵੇ। ਤੇ ਫਿਰ ਮਹਾਰਾਜ ਨੇ ਕਹਿ ਕੇ 70 ਸਿੰਘਾਂ ਦਾ ਜਥਾ ਆਪਣੇ ਦੋਵਾਂ ਮਹਿਲਾਂ ਦੇ ਨਾਲ ਕਰ ਦਿੱਤਾ। ਭਾਈ ਧੰਨਾ ਸਿੰਘ, ਜਵਾਰ ਸਿੰਘ ਵਰਗਿਆਂ ਨੂੰ ਕਹਿ ਦਿੱਤਾ ਕਿ ਇਹਨਾਂ ਦੀ ਹਿਫਾਜ਼ਤ ਕਰਨੀ। ਤੇ ਇੱਥੇ ਮਹਾਰਾਜ ਨੇ ਇਹ ਵੀ ਕਹਿ ਦਿੱਤਾ ਸੀ ਕਿ ਇਹਨਾਂ ਨੂੰ ਲੈ ਕੇ ਤੁਸੀਂ ਜਾਂ ਨਾਨ ਪਹੁੰਚ ਜਿਓ ਜਾਂ ਤੁਸੀਂ ਬਸਾਲੀ ਚਲੇ ਜਿਓ, ਉਹ ਆਪਣੇ ਸਹਾਇਕ ਰਾਜੇ ਨੇ। ਉਹ ਵੱਖਰੀ ਗੱਲ, ਬਾਅਦ ਦੇ ਵਿੱਚ ਜੰਗਾਂ ਵਾਪਰ ਗਈਆਂ ਤੇ ਉਹਨਾਂ ਦੇ ਰਾਹ ਦੇ ਪੈਂਡੇ ਕੁਝ ਹੋਰ ਬਣ ਗਏ। ਮਹਾਰਾਜ ਨੇ ਪਹਿਲਾਂ ਦੱਸਿਆ ਸੀ ਕਿ ਇੱਥੋਂ ਨਿਕਲ ਕਿੱਥੇ ਕਿੱਥੇ ਜਾਵਾਂਗੇ। ਇਹ ਸਾਰੀ ਤਿਆਰੀ ਹੋ ਗਈ ਮਹਾਰਾਜ ਦੀ। ਤੇ ਇਹ ਜਿਹੜਾ ਇੱਕ ਆਖਰੀ ਦੀਵਾਨ ਹੈ 6 ਪੋਹ ਦਾ, 6 ਪੋਹ ਦੀ ਸੰਧਿਆ ਦਾ ਸੋਦਰ ਵੇਲਾ। ਤੇ ਇਸ ਸੋਦਰ ਦੇ ਵੇਲੇ ਦੇ ਵਿੱਚ ਮਹਾਰਾਜ ਨੇ ਫਿਰ ਇਸ ਤੋਂ ਬਾਅਦ ਸਾਹਿਬਜ਼ਾਦਾ ਅਜੀਤ ਸਿੰਘ ਜੁਝਾਰ ਸਿੰਘ ਨੂੰ ਵੀ ਮਹਾਰਾਜ ਨੇ ਪੁੱਛਿਆ ਕਿ ਤੁਸੀਂ ਆਪਣੇ ਜਥੇ ਨਾਲ ਕਾਫਲੇ ਨਾਲ ਇਕੱਲਾ ਜਾਣਾ ਚਾਹੁੰਦੇ ਹੋ। ਤੇ ਉਸ ਸਮੇਂ ਭਾਈ ਆਲਮ ਸਿੰਘ ਕਹਿਣ ਲੱਗਾ ਮਹਾਰਾਜ ਸਾਹਿਬਜ਼ਾਦਾ ਅਜੀਤ ਸਿੰਘ ਬੜਾ ਵੱਡਾ ਸੂਰਮਾ ਤੇ ਦੁਸ਼ਮਣ ਦਾ ਕੋਈ ਭਰੋਸਾ ਨਹੀਂ, ਅਸੀਂ ਇਹਨਾਂ ਨੂੰ ਵੱਖਰਾ ਜਥਾ ਦਿੰਨੇ। ਭਾਈ ਸੰਗਤ ਸਿੰਘ, ਭਾਈ ਮਦਨ ਸਿੰਘ, ਕਾਠਾ ਸਿੰਘ, ਇਹ ਸਾਰੇ ਸਿੰਘਾਂ ਨੂੰ ਮਹਾਰਾਜ ਨੇ ਛੋਟੇ ਛੋਟੇ ਜਥੇ ਬਣਾ ਦਿੱਤੇ। ਕਿਉਂ ਬਣਾਏ ਦਾ ਕਾਰਨ ਸੀ ਕਿਉਂਕਿ ਜਦੋਂ ਦੁਸ਼ਮਣ ਨੇ ਧਾਵਾ ਕਰਕੇ ਪੈ ਜਾਣਾ ਹੈ ਤੇ ਉਦੋਂ ਜਿੰਨੇ ਵੱਡੇ ਜਥੇ ਵੱਖੋ ਵੱਖ ਕਮਾਨਾਂ ਵਿੱਚ ਹੋਣਗੇ, ਯੁੱਧ ਲੜਨਾ ਸੁਖਾਲਾ ਰਹੇਗਾ। ਇਹ ਕੱਲ ਜਾ ਕੇ ਪਤਾ ਲੱਗੇਗਾ ਕਿ ਇਹਨਾਂ ਜਥਿਆਂ ਦੀ ਅਹਿਮਤ ਕੀ। ਸਾਰੇ ਜਥੇ ਤਿਆਰ ਹੋ ਗਏ, ਮਹਾਰਾਜ ਨੇ ਸਭ ਦਾ ਮੁਆਇਨਾ ਕਰ ਲਿਆ। ਮਹਾਰਾਜ ਨੇ ਆਪ ਵੀ ਤਲਵਾਰ ਧਾਰਨ ਕਰ ਲਈ। ਤੇ ਇਹ ਤਿਆਰੀ ਕਰਦਿਆਂ ਕਰਦਿਆਂ ਸ਼ਾਮ ਦੀ ਸੋਹਦਰ ਦਾ ਵੇਲਾ ਹੋ ਗਿਆ। ਮਹਾਰਾਜ ਨੇ ਸੋਹਦਰ ਕੀਤੀ। ਸੋਹਦਰ ਤੋਂ ਬਾਅਦ ਮਹਾਰਾਜ ਜੀ ਨੇ ਸਾਰਾ ਕਰਮ ਕੀਤਾ। ਤੇ ਮਹਾਰਾਜ ਨੇ ਬਾਅਦ ਦੇ ਵਿੱਚ ਜ਼ਿਕਰ ਮਿਲਦਾ ਹੈ ਕਿ ਸਾਰੇ ਸਿੰਘਾਂ ਨੂੰ ਮਹਾਰਾਜ ਜੀ ਨੇ ਆਪ ਸ਼ਸਤਰਾਂ ਦੀ ਬਖਸ਼ਿਸ਼ ਕੀਤੀ, ਸਾਰਿਆਂ ਦੇ ਸ਼ਸਤਰ ਪਰਖੇ। ਤੇ ਮਹਾਰਾਜ ਕਹਿਣ ਲੱਗੇ ਸਾਰੇ ਖਾਲਸੇ ਨੂੰ ਕਿ ਹੁਣ ਇਸ ਧਰਤੀ ਨੂੰ ਅਸੀਂ ਅਲਵਿਦਾ ਕਹਾਂਗੇ। ਤੇ ਮਹਾਰਾਜ ਨੇ ਕਿਹਾ ਕਿ ਜਿਹੜੀ ਤਰਫ ਪਹਿਲਾਂ ਕੀਰਤਪੁਰ ਵੱਲ ਜਾਵਾਂਗੇ ਉੱਥੋਂ ਅੱਗੇ ਜਾਵਾਂਗੇ। ਇੰਜ ਮਹਾਰਾਜ ਦੇ ਨਾਲ ਸਾਰਾ ਖਾਲਸਾ ਤਿਆਰ ਹੋਇਆ। ਤੇ ਉਹ ਰਾਤ, ਇੱਕ ਉਹ ਰਾਤ ਜਿਹੜੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਸਰੀਰਕ ਤੌਰ ਤੇ ਇਕੱਠਿਆਂ ਦੀ ਗੁਜ਼ਰੀ। ਅਸੀਂ ਇਸ ਤੋਂ ਬਾਅਦ ਕੋਈ ਰਾਤ ਨਹੀਂ ਨਸੀਬ ਹੋਈ। ਅੱਜ ਵੀ ਅਸੀਂ ਸਾਰੇ ਇਨਸਾਨੀ ਹਿਰਦੇ ਵਾਲੇ ਹੀ ਹਾਂ, ਜਿਨ੍ਹਾਂ ਦੇ ਕੁਝ ਬੱਚੇ ਪਰਿਵਾਰ ਵਿਦੇਸ਼ ਵਸ ਜਾਂਦੇ ਨੇ। ਉਸ ਦਿਨ ਤੋਂ ਬਾਅਦ ਪਤਾ ਕੀ ਉਡੀਕ ਕਰਦੇ ਨੇ ਕਿ ਕੋਈ ਮੌਕਾ ਬਣੇ, ਵਿਆਹ ਦਾ ਮੌਕਾ ਬਣੇ, ਕੋਈ ਕਿਵੇਂ ਦਾ ਮੌਕਾ ਬਣੇ, ਤਿਉਹਾਰ ਦਾ ਮੌਕਾ ਬਣੇ ਤੇ ਸਾਰੀ ਪਰਿਵਾਰ ਇਕੱਠਾ ਹੋਵੇ ਤੇ ਇੱਕ ਫੈਮਿਲੀ ਫੋਟੋ ਲਈਏ। ਰਹਿੰਦਾ ਨਾ ਸਾਰਿਆਂ ਦੇ ਮਨ, ਜਿਨ੍ਹਾਂ ਦੇ ਬੱਚੇ ਵਿਦੇਸ਼ ਵੀ ਵਸ ਗਏ ਨੇ। 10ਵੇਂ ਪਾਤਸ਼ਾਹ ਨੂੰ ਵੀ ਇਹ ਖਾਹਿਸ਼ ਹੈ, ਪਰ 10ਵੇਂ ਪਾਤਸ਼ਾਹ ਦੀ ਖਾਹਿਸ਼ ਕੀ ਹੈ ਕਿ ਸਰੀਰਾਂ ਦਾ ਮਿਲਣਾ ਜਿਹੜਾ ਹੈ ਨਾ, ਇਹ ਵਿਛੜਦਾ ਹੀ ਰਹਿੰਦਾ। ਜਿੰਨੀ ਵਾਰੀ ਸਰੀਰਾਂ ਕਰਕੇ ਮਿਲੋਗੇ ਵਿਛੜੋਗੇ ਵਿਛੜੋਗੇ। ਪਰ ਗੁਰੂ ਸਾਹਿਬ ਜੀ ਨੇ ਆਪਣੇ ਸਾਰੇ ਸਾਹਿਬਜ਼ਾਦਿਆਂ ਨਾਲ, ਮਾਤਾ ਦੇ ਨਾਲ ਪ੍ਰਣ ਕੀਤਾ ਕਿ ਮਿਲਾਂਗੇ ਜ਼ਰੂਰ, ਪਰ ਮਿਲਾਂਗੇ ਹੁਣ ਰੂਹਾਂ ਦੇ ਪ੍ਰਕਾਸ਼ ਰੂਪ ਦੇ ਵਿੱਚ, ਸੱਚਖੰਡ ਦੇ ਵਿੱਚ ਮਿਲਾਂਗੇ। ਉੱਥੇ ਜਾ ਕੇ ਮਿਲਾਂਗੇ ਜਿੱਥੇ ਮੁੜ ਕੇ ਜੰਮਣ ਮਰਨ ਵਾਪਰਦਾ ਹੀ ਨਹੀਂ, ਜਿੱਥੇ ਜਾ ਕੇ ਮੁੜ ਕੇ ਵਿਛੋੜਾ ਹੁੰਦਾ ਹੀ ਨਹੀਂ। ਅੰਤਰਾਤਮੈ ਜੋ ਮਿਲਿਆ ਮਿਲਿਆ ਕਹੀਐ ਰੇ ਸੋਈ, ਹੁਣ ਉੱਥੇ ਮਿਲਾਂਗੇ। ਇਹ ਪ੍ਰਣ ਐਦ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਰੇ ਜਥੇ ਨੂੰ ਤੋਰਦੇ ਹਨ। ਤੇ ਜਦੋਂ ਇਹ ਸਾਰੀ ਖਬਰ ਮਹਾਰਾਜ ਨੇ ਪਹਿਲਾਂ ਭਿਜਵਾ ਦਿੱਤੀ ਤੁਰਕਾਂ ਵੱਲ ਕਿ ਆਹ ਰਸਤੇ ਖਾਲੀ ਕਰ ਦਿੱਤੇ ਜਾਣ। ਦਲ ਨੂੰ ਵੀ ਇਹੀ ਆਸ ਸੀ, ਪਰ ਉਹਨਾਂ ਨੂੰ ਇਹ ਨਹੀਂ ਸੀ ਕਿ ਮਹਾਰਾਜ ਅੱਧੀ ਰਾਤ ਵੇਲੇ ਕਿਲ੍ਹਾ ਛੱਡਣਗੇ। ਦੇਰੀ ਹੋ ਗਈ ਤੇ ਮਹਾਰਾਜ ਜੀ ਨੇ ਫਿਰ 6-7 ਪੋਹ ਦੀ ਦਰਮਿਆਨੀ ਰਾਤ ਨੂੰ ਆਨੰਦਪੁਰ ਸਾਹਿਬ ਨਗਰੀ ਛੱਡੀ। ਤੇ ਇਹਦੇ ਵਿੱਚ ਜ਼ਿਕਰ ਮਿਲਦਾ ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਬਾਹਰ ਨਿਕਲੇ ਨਾ, ਤੇ ਉਹਨਾਂ ਦੇ ਨਾਲ ਭਾਈ ਚੌਪਾ ਸਿੰਘ ਸੀ ਜਿਹੜਾ ਉਹਦਾ ਖਿਡਾਵਾ ਸੀ। ਸਾਹਿਬਜ਼ਾਦਾ ਅਜੀਤ ਸਿੰਘ ਨੇ ਕਹਿੰਦੇ ਮੁੜ ਕੇ ਤੱਕਿਆ, ਕਹਿਣ ਲੱਗੇ ਕਿ ਬਾਰ-ਬਾਰ ਕਿਉਂ ਦੇਖਦੇ ਉਸ ਨਗਰ ਨੂੰ, ਥੋੜ੍ਹੇ ਦਿਨ ਆਪਾਂ ਫਿਰ ਇੱਥੇ ਵਾਪਸ ਆ ਹੀ ਜਾਣਾ। ਤੇ ਸਾਹਿਬਜ਼ਾਦਾ ਅਜੀਤ ਸਿੰਘ ਨੇ ਕਿਹਾ ਕਿ ਜਿਹੜੀ ਨਗਰੀ ਦੇ ਵਿੱਚ ਜੀਵਨ ਪਲਿਆ ਬੜਿਆ ਹੋਇਆ ਹੋਵੇ ਨਾ, ਉਹਨੂੰ ਛੱਡਣ ਨੂੰ ਮਨ ਨਹੀਂ ਕਰਦਾ। ਇਸ ਤਰ੍ਹਾਂ ਦੀ ਖਾਲਸੇ ਦੀ ਦਾਸਤਾਨ ਹੈ। ਪਰ ਗੁਰੂ ਨੇ ਇੱਕ ਨਗਰੀ ਛੱਡੀ, ਕਿੰਨੀਆਂ ਆਬਾਦ ਹੋਈਆਂ। ਜ਼ਿਆਦਾ ਕਲਪਨਾ ਕਰੋ, ਅੱਜ ਕੱਲ੍ਹ ਇਤਿਹਾਸ ਦੇ ਵਿੱਚ ਨਾ ਹੇਰਵੇ ਬੜੇ ਚੱਲਣ ਲੱਗ ਪਏ ਨੇ। ਗਲੇਡੂ ਕਢਾਉਣ ਵਾਲਾ ਕੰਮ ਬੜਾ ਚੱਲ ਪਿਆ ਅੱਜ ਕੱਲ੍ਹ। ਉਹਦੇ ਵਿੱਚ ਕਥਾਵਾਚਕਾਂ ਦੀ ਵਾਹ ਥੋੜ੍ਹੀ ਜ਼ਿਆਦਾ ਹੁੰਦੀ ਹੈ। ਜੇ ਆਨੰਦਪੁਰ ਸਾਹਿਬ ਮਹਾਰਾਜ ਦਾ ਕਿਲ੍ਹਾ ਛੱਡਦੇ ਨੇ, ਉਸ ਤੋਂ ਬਾਅਦ ਜਿੰਨੇ ਸਥਾਨ ਬਣਦੇ ਨੇ ਉਹ ਸਥਾਨ ਬਣਨੇ ਨਹੀਂ ਸਮਝੇ। ਆਨੰਦਪੁਰ ਸਾਹਿਬ ਦਾ ਨਗਰ ਮਹਾਰਾਜ ਨਾ ਛੱਡਦੇ,
ਫਤਿਹਗੜ੍ਹ ਸਾਹਿਬ ਦੀ ਧਰਤੀ ਨੂੰ ਸ਼ਹੀਦਾਂ ਦੀ ਰਾਤ ਨਸੀਬ ਹੋਣੀ ਨਹੀਂ ਸੀ। ਚਮਕੌਰ ਦੇ ਵਿੱਚ ਅਸਾਮੀ ਜੰਗ ਹੋਣੀ ਨਹੀਂ ਸੀ। ਝੱਖੀਆਂ ਪਿੰਡ ਦੀ ਜੂਹ ਵਿੱਚ ਭਾਈ ਜੈਤੇ ਨੇ ਸ਼ਹੀਦ ਹੋਣਾ ਨਹੀਂ ਸੀ। ਮਲਕਪੁਰ ਰੰਗੜਾ ਵਿੱਚ ਸ਼ਾਹੀ ਟਿੱਬੀ ਤੇ ਭਾਈ ਉਦੈ ਸਿੰਘ ਨੇ ਸ਼ਹੀਦ ਹੋਣਾ ਨਹੀਂ ਸੀ। ਬੀਬੀ ਸੁਭਿੱਖਾ ਨੇ ਸ਼ਹੀਦ ਹੋਣਾ ਨਹੀਂ ਸੀ। ਕਿਰਪਾ ਰਾਮ ਦੱਤ ਨੇ ਸ਼ਹੀਦ ਹੋਣਾ ਹੀ ਨਹੀਂ ਸੀ। ਇਹ ਥੋੜਾ ਕਿ ਮਹਾਰਾਜ ਨੇ ਨਗਰ ਛੱਡ ਦਿੱਤਾ ਤੇ ਗੱਲ ਕੋਈ ਸਿੰਪਲ ਜੀ ਰਹਿ ਗਈ। ਉਹ ਮਹਾਰਾਜ ਨੂੰ ਪਤਾ ਸੀ ਵੀ ਹੁਣ ਜਿਹੜੀ ਸਿੱਖੀ ਇਹਨਾਂ ਕਮਾਈ ਹੈ, ਤੇ ਉਹ ਮਹਾਰਾਜ ਨੂੰ ਭਾਈ ਦਇਆ ਸਿੰਘ ਨੇ ਮਹਾਰਾਜ ਨੂੰ ਕਿਹਾ ਵੀ ਸੀ ਕਿ ਮਹਾਰਾਜ ਇਹ ਨਗਰ 'ਚ ਆਪਾਂ ਮੁੜਾਵਾਂਗੇ ਕਿ ਨਹੀਂ। ਮਹਾਰਾਜ ਕਹਿਣ ਲੱਗੇ ਨਹੀਂ, ਆਨੰਦਪੁਰ ਸਾਹਿਬ ਦੇ ਵਿੱਚੋਂ ਜਦੋਂ ਕੋਈ ਪੌਲ ਛਕ ਲੈਂਦਾ ਨਾ, ਉਹਦਾ ਮੁਕਾਮ ਅਕਾਲ ਪੁਰਖ ਵਿੱਚ ਅਭੇਦ ਹੋ ਜਾਣਾ। ਤੇ ਭਾਈ ਦਇਆ ਸਿੰਘ ਜਿਹੜੇ ਅੱਜ ਇੱਥੋਂ ਨਿਕਲ ਜਾਣਗੇ ਨਾ, ਇਹ ਸ਼ਹੀਦੀਆਂ ਦੇ ਰੁਤਬੇ ਪਾ ਪਾ ਕੇ ਸਾਰੇ ਅਕਾਲ ਪੁਰਖ ਵਿੱਚ ਅਭੇਦ ਹੋ ਜਾਣਗੇ। ਮੁੜ ਕੇ ਇਸ ਧਰਤੀ ਤੇ ਉਹ ਆਪਣੀ ਰਹਿਮਤ ਵਰਸਾਇਆ ਕਰਨਗੇ ਆਕਾਸ਼ ਵਿੱਚ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਫਿਰ ਜਿਹੜਾ ਹੈ 6 ਪੋਹ ਦੀ ਰਾਤ, ਬੜੀਆਂ ਰਾਤਾਂ ਸਾਡੀ ਜ਼ਿੰਦਗੀ 'ਚ ਆਉਂਦੀਆਂ ਨੇ। ਪੋਹ ਦਾ ਮਹੀਨਾ ਅਸੀਂ ਮਨਾ ਰਹੇ, 6 ਪੋਹ ਦਾ ਦਿਨ ਯਾਦ ਰੱਖੋ। ਬੜੀਆਂ ਰਾਤਾਂ ਜ਼ਿੰਦਗੀ ਦੀਆਂ ਗੁਜ਼ਰਦੀਆਂ ਨੇ। 10ਵੇਂ ਪਾਤਸ਼ਾਹ ਦੀ ਜੀਵਨ ਦੀ, ਪਰਿਵਾਰ ਦੀ ਉਹ ਰਾਤ ਜਿਹੜੀ ਇਕੱਠਿਆਂ ਗੁਜ਼ਰੀ, ਮੁੜ ਕੇ ਮਿਲਾਪ ਨਹੀਂ ਹੋਇਆ। ਤੇ ਗੁਰੂ ਸਾਹਿਬ ਜੀ ਆਪਣੇ ਸਾਰੇ ਦਲ ਸਮੇਤ ਨਿਕਲ ਜਾਂਦੇ ਨੇ। 7 ਪੋਹ ਦਾ ਦਿਨ ਚੜ੍ਹਦਾ ਹੈ। ਫਿਰ ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਬਾਅਦ, ਨਗਰੀ ਛੱਡਣ ਤੋਂ ਬਾਅਦ ਅੱਜ ਨਗਰੀ ਸੁੰਨਸਾਨ ਹੈ। ਅੱਗੇ ਵੀ ਮਹਾਰਾਜ ਛੱਡ ਕੇ ਜਾਂਦੇ ਨੇ, ਪਰ ਵਾਪਸ ਪਰਤਣ ਦੀ ਉਮੀਦ ਹੁੰਦੀ ਹੈ, ਪਰ ਅੱਜ ਕੋਈ ਉਮੀਦ ਨਹੀਂ ਹੈ। ਸੁੰਨਸਾਨ ਹੈ। ਪੋਹ ਦਾ ਵਰਦਾ ਕੱਕਰ ਪਾਲਾ, ਠੰਡ ਹੱਡਾਂ ਨੂੰ ਜੂੜੀ ਜਾਰੀ। ਹਲਕਾ ਹਲਕਾ ਮੀਂਹ ਵਹਿ ਰਿਹਾ ਹੈ, ਮੀਂਹ ਪੈ ਰਿਹਾ ਹੈ। ਸਾਹਮਣੇ 10 ਲੱਖ ਦੇ ਮੁਲਖਈਏ ਨੇ ਥਾਂ ਘੇਰਿਆ ਹੋਇਆ। ਤੇ ਕਿਵੇਂ ਮਹਾਰਾਜ ਫਿਰ ਬਾਣੀ 'ਚ ਕਵਾਕ ਆਉਂਦੇ ਨੇ। ਇਹ ਬਾਣੀ ਗੁਰੂ ਦੀ ਸੁਰਤ ਬਾਣੀ ਨਾਲ ਜੁੜੀ ਹੁੰਦੀ। ਆਸਾ ਦੀ ਵਾਰ 'ਚ ਨੇ ਕਵਾਕ ਆਉਂਦੀ, ਵਿਸਮਾਦ ਉੱਜੜ ਵਿਸਮਾਦ ਰਾਹ। ਵੀ ਮਹਾਰਾਜ ਉੱਜੜਨਾ ਵੀ ਆਨੰਦ ਵਾਲਾ ਹੈ ਤੇ ਤੂੰ ਰਾਹ ਵੀ, ਦੋਵੇਂ ਚੀਜ਼ਾਂ ਚੰਗੀਆਂ ਹਨ। ਭਾਣੈ ਉੱਜੜ ਭਾਣੈ ਰਾਹ, ਭਾਣੈ ਹਰ ਗੁਣ ਗੁਰਮੁਖ ਗਾਵਾਹਾ। ਜਿਉ ਭਾਵੈ ਤਿਉ ਰਾਖੋ ਰਹਿਣਾ, ਤੁਮ ਸਿਉ ਕਿਆ ਮੁਕਰਾਈ ਹੈ। ਪੰਚਮ ਪਾਤਸ਼ਾਹ ਜੀ ਨੇ ਵੀ ਕਿਹਾ ਨਾ, ਜੇ ਸੁਖ ਦੇਹ ਤਾਂ ਤੁਝੇ ਅਰਾਧੀ, ਦੁੱਖ ਪੀ ਤੁਝੈ ਧਿਆਈ। ਘਰ ਬਾਹਰ ਤੇਰਾ ਪ੍ਰਵਾਸਾ, ਜਿੱਥੈ ਰੱਖੈ ਸਾ ਭਲੀ ਜਾਏ। ਇਹਨਾਂ ਵਾਕਾਂ ਦੇ ਨਾਲ ਜੁੜੀ ਹੋਈ ਗੁਰੂ ਸੁਰਤ ਸਾਰੇ ਖਾਲਸੇ ਦੇ ਕਾਫਲੇ ਨੂੰ ਲੈ ਕੇ ਆਨੰਦਪੁਰ ਸਾਹਿਬ ਤੋਂ ਵਿਦਾ ਹੁੰਦੀ ਹੈ। ਤੇ ਫਿਰ 7 ਪੋਹ ਦੇ ਦਿਨ ਵਿੱਚ ਧਰਮ ਯੁੱਧ ਦੀ ਮਹਾਂਗਾਥਾ ਦੇ ਅੰਤਰ ਕਿਹੜੇ ਕਿਹੜੇ ਸੂਰਬੀਰ ਸਿੰਘ ਸ਼ਹੀਦ ਹੁੰਦੇ ਨੇ, ਕਿਵੇਂ ਜੂਝਦੇ ਹਨ, ਕਿਵੇਂ ਦੁਸ਼ਮਣ ਦਲ ਦੇ ਆਹੂ ਲਾਉਂਦੇ ਹਨ, ਕਿਵੇਂ ਸਿਦਕ ਦੇ ਵਿਖੜੇ ਪੈਂਡਿਆਂ ਵਿੱਚ ਮਾਤਾਵਾਂ ਗੁਰੂ ਸਾਹਿਬ ਜੀ ਦਾ ਖਾਲਸਾ ਸਫ਼ਰ ਕਰਦਾ ਹੈ। ਬਾਕੀ ਸਾਰੀ ਕੱਲ ਇਤਿਹਾਸ ਦੀ ਮਹਾਂਗਾਥਾ ਆਪ ਜੀ ਦੇ ਸਨਮੁਖ ਖਰਜ ਹੋਵੇਗੀ। 10ਮ ਪਾਤਸ਼ਾਹ ਦੇ ਜੀਵਨ ਦੀ ਲਾਸਾਨੀ ਗਾਥਾ ਦਾ ਵਰਣਨ ਇੱਥੋਂ ਤੱਕ ਆਪ ਜੀ ਦੇ ਸਨਮੁਖ ਰੱਖਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਜਾਚਨਾ ਦੀ ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।